ਪੰਜਾਬੀ ਰੇਡੀਓ ਦੇ ਵਾਸਤੇ ਸੁਣ ਰਹੇ ਸਾਰੇ ਸਰੋਤਿਆਂ ਨੂੰ ਬਲਵਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਤੇ ਜੀ ਪ੍ਰੋਗਰਾਮ ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਅੱਜ ਸਾਡੇ ਨਾਲ ਹੋਣਗੇ ਸੁਸ਼ੀਲ ਦੋਸਾਂਝ। ਦੱਸਣਗੇ ਕਿ ਭਾਰਤ ਭਰ ਦੇ ਵਿੱਚ ਜਾਂ ਪੰਜਾਬ ਦੇ ਵਿੱਚ ਕਿਹੜੀਆਂ ਸੁਰਖੀਆਂ ਬਣੀਆਂ ਹੋਈਆਂ ਨੇ, ਕੀ ਖਬਰਾਂ ਨੇ, ਤੇ ਉਸ ਦੇ ਉੱਤੇ ਆਪਾਂ ਝਾਤ ਪਾਵਾਂਗੇ। ਸਾਡੇ ਨਾਲ ਜੁੜ ਚੁੱਕੇ ਨੇ ਜੀ ਸੁਸ਼ੀਲ ਦੋਸਾਂਝ ਜੀ, ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਬਹੁਤ ਬਹੁਤ ਮਿਹਰਬਾਨੀ ਬਲਵਿੰਦਰ ਜੀ ਤੇ ਪੰਜਾਬੀ ਰੇਡੀਓ USA ਦੇ ਸਾਰੇ ਸਰੋਤਿਆਂ ਨੂੰ ਵੀ ਚੰਡੀਗੜ੍ਹ ਸਟੂਡੀਓ ਤੋਂ ਸੁਸ਼ੀਲ ਦੋਸਾਂਝ ਦੀ ਪਿਆਰ ਭਰੀ ਸਤਿ ਸ਼੍ਰੀ ਅਕਾਲ, ਆਦਾਬ ਤੇ ਨਮਸਕਾਰ। ਫਿਰ ਦੋਸਤੋ, ਖਬਰ ਤੇ ਨਜ਼ਰ ਪ੍ਰੋਗਰਾਮ 'ਚ ਜਿਵੇਂ ਤੁਹਾਨੂੰ ਪਤਾ ਹੈ ਕਿ ਅਸੀਂ ਪੰਜਾਬ ਤੇ ਦੇਸ਼ ਦੀਆਂ ਸਮਾਜਿਕ, ਰਾਜਨੀਤਿਕ ਤੇ ਆਰਥਿਕ ਘਟਨਾਵਾਂ ਦੇ ਉੱਤੇ ਆਪਣੀ ਸਮਝ ਦੇ ਮੁਤਾਬਕ ਟਿੱਪਣੀਆਂ ਤੁਹਾਡੇ ਨਾਲ ਸਾਂਝੀਆਂ ਕਰਦੇ ਹਾਂ। ਖਾਸ ਤੌਰ ਤੇ ਪਿਛਲੇ ਲੰਮੇ ਸਮੇਂ ਤੋਂ ਪੰਜਾਬ ਸਾਡੀ ਚਰਚਾ ਦੇ ਕੇਂਦਰ 'ਚ ਰਹਿੰਦਾ ਹੈ। ਪੰਜਾਬ ਦੇ ਵੱਖ-ਵੱਖ ਮੁੱਦੇ ਅਸੀਂ ਅਕਸਰ ਚਰਚਾ 'ਚ ਲੈ ਕੇ ਆਉਂਦੇ ਆ, ਪਰ ਇੰਨੀ ਦਿਨੀ ਪੰਜਾਬ ਦੇ ਵਿੱਚ ਚੋਣਾਂ ਦਾ ਮਾਹੌਲ ਜਿਹੜਾ ਆ, ਜਿਹੜੀਆਂ 2017 ਚੋਣਾਂ ਹੋਣੀਆਂ, ਉਹਦਾ ਮਾਹੌਲ ਸਵਾ ਸਾਲ ਪਹਿਲਾਂ ਹੀ ਗਰਮ ਹੋ ਗਿਆ। ਹੁਣ ਤਾਂ ਸਾਲ ਕੁ ਰਹਿ ਗਿਆ ਤੇ ਇਹਦੇ ਵਿੱਚ ਵੀ ਖਡੂਰ ਸਾਹਿਬ ਦੀ ਜ਼ਿਮਨੀ ਚੋਣ ਆ ਗਈ ਤੇ ਇਸ ਕਰਕੇ ਬਹੁਤੀ ਗੱਲਬਾਤ ਜਿਹੜੀ ਹੈ ਉਹ ਪੰਜਾਬ ਦੀ ਸਿਆਸਤ ਨੂੰ ਲੈ ਕੇ ਅਸੀਂ ਪਿਛਲੇ ਦਿਨਾਂ ਤੋਂ ਕਰ ਰਹੇ ਹਾਂ। ਤੁਹਾਡੀ ਦਿਲਚਸਪੀ ਵੀ ਹੈ ਇਸ ਮਾਮਲੇ ਦੇ ਵਿੱਚ ਵੀ। ਪੰਜਾਬ ਦੇ ਵਿੱਚ ਆਉਣ ਵਾਲੇ ਦਿਨਾਂ ਦੇ ਵਿੱਚ ਕਿਸ ਕਿਸਮ ਦੀ ਪੋਲੀਟਿਕਸ ਹੋ ਸਕਦੀ ਹੈ, ਕਿਹਦੀ ਸਰਕਾਰ ਆਉਣ ਵਾਲੇ ਸਮੇਂ 'ਚ ਬਣਨ ਦੀ ਸੰਭਾਵਨਾ ਹੈ, ਇਹ ਸਾਰੀਆਂ ਗੱਲਾਂ ਬਾਤਾਂ ਸਾਡੀ ਚਰਚਾ ਦਾ ਕੇਂਦਰ ਰਹਿੰਦੀਆਂ। ਅੱਜ ਵੀ ਅਸੀਂ ਇਸੇ ਸਿਲਸਿਲੇ ਨੂੰ ਅੱਗੇ ਤੋਰਾਂਗੇ ਤੇ ਗੱਲਬਾਤ ਦਾ ਆਰੰਭ ਕਰਨਗੇ ਬਲਵਿੰਦਰ ਜੀ। ਹਾਂਜੀ ਸੁਸ਼ੀਲ ਜੀ, ਉੱਥੋਂ ਕੀ ਗੱਲ ਸ਼ੁਰੂ ਕਰ ਲੈਂਦੇ ਜਿਸ ਦੇ ਵਿੱਚ ਲੋਕਾਂ ਦੀ ਦਿਲਚਸਪੀ ਆ। ਆਪ ਪਤਾ ਲੱਗ ਗਿਆ ਸਭ ਨੂੰ ਕਿ ਖਡੂਰ ਸਾਹਿਬ ਦੀ ਜਿਹੜੀ ਜ਼ਿਮਨੀ ਚੋਣ ਆ, ਪਹਿਲਾਂ ਵੀ ਪਤਾ ਸੀਗਾ ਕਿ ਅਕਾਲੀ ਉਮੀਦਵਾਰ ਨੇ ਹੀ ਜਿੱਤਣਾ ਆ, ਕਿਉਂਕਿ ਜਿਹੜਾ ਤੇਜ਼ ਦੌੜਨ ਵਾਲਾ ਆ ਉਹ ਇੱਕੋ ਹੀ ਸੀਗਾ। ਤੇ ਉਹ ਜਿਹੜੀ ਉੱਥੇ ਉਹਨਾਂ ਦੀ ਜਿੱਤ ਹੋਈ ਆ, ਚੋਣ ਦੇ ਨਤੀਜੇ ਆ ਗਏ ਆ, ਤੇ ਇਸ ਤੇ ਤੁਹਾਡਾ ਕੀ ਪ੍ਰਤੀਕਰਮ ਹੈ? ਦੇਖੋ, ਪੰਜਾਬ ਵਿਧਾਨ ਸਭਾ ਦੀ ਚੋਣ ਤਾਂ ਹੋਣੀ 2017 ਦੇ ਵਿੱਚ 117 ਸੀਟਾਂ ਵਾਸਤੇ, ਪਰ ਉਸ ਤੋਂ ਪਹਿਲਾਂ ਇੱਕ ਸੀਟ ਜਿਹੜੀ ਖਾਲੀ ਇਸ ਕਰਕੇ ਹੋ ਗਈ ਵੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੀਆਂ ਘਟਨਾਵਾਂ ਬੜੀ ਤੇਜ਼ੀ ਨਾਲ ਵਧੀਆਂ ਤੇ ਉਹਨਾਂ ਤੇ ਰਿਐਕਟ ਕਰਦਿਆਂ, ਪ੍ਰਤੀਕਰਮ ਦਿੰਦਿਆਂ ਕਾਂਗਰਸ ਪਾਰਟੀ ਦੇ ਜਿਹੜੇ ਉੱਥੋਂ ਦੇ ਵਿਧਾਇਕ ਸੀ ਰਮਨਜੀਤ ਸਿੱਕੀ, ਉਹਨਾਂ ਨੇ ਰਿਜ਼ਾਈਨ ਕੀਤਾ ਤੇ ਉਹਨਾਂ ਦਾ ਅਸਤੀਫਾ ਮਨਜ਼ੂਰ ਵੀ ਕਰ ਲਿਆ ਗਿਆ ਤੇ ਖਡੂਰ ਸਾਹਿਬ ਦਾ ਹਲਕਾ ਜਿਹੜਾ ਉਹ ਖਾਲੀ ਹੋ ਗਿਆ। ਤੇ ਕਿਉਂਕਿ ਸਾਲ ਇੱਕ ਪਿਆ ਸੀ, ਇਹ ਜੇ ਤਾਂ 2-4 ਮਹੀਨੇ ਹੁੰਦੇ ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਸ਼ਾਇਦ ਬਿਨਾਂ ਚੋਣ ਕਰਵਾਇਆ ਵੀ ਸੜ ਸਕਦਾ ਸੀ, ਪਰ ਇੱਕ ਪੂਰਾ ਸਾਲ ਪਿਆ ਸੀ। ਇਸ ਕਰਕੇ ਚੋਣ ਕਮਿਸ਼ਨ ਦਾ ਇਹ ਫਰਜ਼ ਬਣਦਾ ਸੀ ਕਿ ਇਹਦੇ ਤੇ ਚੋਣ ਕਰਵਾਈ ਜਾਏ। ਸੋ ਚੋਣ ਕਮਿਸ਼ਨ ਨੇ ਬਾਕੀ ਦੇਸ਼ ਦੇ ਵਿੱਚ ਵੀ 7-8 ਸੂਬਿਆਂ ਦੇ ਵਿੱਚ ਲਗਭਗ 12 ਦੇ ਕਰੀਬ ਸੀਟਾਂ ਖਾਲੀ ਸੀ, ਉਹਨਾਂ ਸੀਟਾਂ ਦੇ ਨਾਲ ਹੀ ਪੰਜਾਬ ਦੀ ਇਸ ਖਡੂਰ ਸਾਹਿਬ ਦੀ ਸੀਟ ਦੇ ਉੱਤੇ ਵੀ ਚੋਣ ਦਾ ਐਲਾਨ ਕੀਤਾ ਸੀ, ਜਿਹਦੀਆਂ ਵੋਟਾਂ 13 ਫਰਵਰੀ ਨੂੰ ਪਈਆਂ। ਨਤੀਜਾ 16 ਫਰਵਰੀ ਨੂੰ ਆਇਆ ਤੇ ਉਹ ਨਤੀਜੇ ਬਾਰੇ ਤੁਸੀਂ ਸਾਰੇ ਜਾਣੂ ਹੋ। ਤੇ ਪਰ ਜਿਹੜੀ ਗੱਲ ਅਸੀਂ ਕਹਿਣੀ ਚਾਹੁੰਦੇ ਹਾਂ ਉਹ ਇਹ ਹੈ ਕਿ ਅਸੀਂ ਪਿਛਲੇ ਦਿਨਾਂ 'ਚ ਵੀ ਇਹ ਗੱਲ ਤੁਹਾਡੇ ਨਾਲ ਸਾਂਝੀ ਕੀਤੀ ਸੀ ਵੀ ਇਸ ਸੀਟ ਦੇ ਉੱਤੇ ਸ਼੍ਰੋਮਣੀ ਅਕਾਲੀ ਦਲ ਨੂੰ ਇੱਕ ਕਿਸਮ ਦਾ ਵਾਕ ਓਵਰ ਮਿਲਿਆ, ਜਿੱਦਾਂ ਵਿਰੋਧੀ ਟੀਮ ਹੀ ਕੋਈ ਹੈ ਨਹੀਂ ਸੀ। ਖਾਸ ਤੌਰ ਦੇ ਉੱਤੇ ਆਫੀਸ਼ੀਅਲ ਪਾਰਟੀਆਂ ਦੇ ਵਿੱਚੋਂ ਕੋਈ ਕੈਂਡੀਡੇਟ ਨਹੀਂ ਸੀ। ਉਂਝ 6 ਹੋਰ ਉਮੀਦਵਾਰ ਸੀਗੇ ਜਿਹੜੇ ਇੰਡੀਪੈਂਡੈਂਟ ਖੜੇ ਸੀ, ਜਿਹਦੇ ਵਿੱਚ ਇੱਕ ਕਾਂਗਰਸ ਪਾਰਟੀ ਦਾ ਬਾਗੀ ਉਮੀਦਵਾਰ ਸੀ ਜਿਹਨੂੰ ਬਾਅਦ ਵਿੱਚ ਕਾਂਗਰਸ ਪਾਰਟੀ ਨੇ ਕੱਢ ਦਿੱਤਾ ਤੇ ਉਹੀ ਦੂਸਰੇ ਨੰਬਰ ਤੇ ਰਿਹਾ ਲਗਭਗ 17,416 ਵੋਟਾਂ ਲੈ ਕੇ, ਪਰ ਜ਼ਮਾਨਤ ਉਹ ਵੀ ਆਪਣੀ ਨਹੀਂ ਬਚਾ ਸਕਿਆ। ਤੇ ਜਥੇਦਾਰ ਰਣਜੀਤ ਸਿੰਘ ਬ੍ਰਹਮਪੁਰਾ ਦਾ ਬੇਟਾ ਰਵਿੰਦਰ ਬ੍ਰਹਮਪੁਰਾ, ਉਹਨੇ ਇੱਕ ਵੱਡੇ ਮਾਰਜਨ ਦੇ ਨਾਲ ਇੱਥੇ ਜਿੱਤ ਹਾਸਲ ਕੀਤੀ, ਜਿਹਦੇ ਬਾਰੇ ਸਾਨੂੰ ਪਤਾ ਹੀ ਸੀ ਕਿ ਉਹਨੇ ਜਿੱਤਣਾ ਹੈ। ਪਰ ਸਵਾਲ ਸਿਰਫ ਮਾਰਜਨ ਦਾ ਸੀ। ਸਵਾਲ ਇਹ ਸੀ ਵੀ ਕਾਂਗਰਸ ਪਾਰਟੀ ਨੇ ਬਾਈਕਾਟ ਦਾ ਸੱਦਾ ਦਿੱਤਾ ਹੋਇਆ, ਉਹਨਾਂ ਦੇ ਬਾਈਕਾਟ ਦੇ ਸੱਦੇ ਤੇ ਕਿੰਨੇ ਕੁ ਲੋਕ ਫੁੱਲ ਪਾਉਂਦੇ ਆ। ਸਵਾਲ ਇਹ ਵੀ ਸੀ ਵੀ ਆਮ ਆਦਮੀ ਪਾਰਟੀ ਵੀ ਚੋਣ ਮੈਦਾਨ 'ਚ ਨਹੀਂ ਸੀ, ਉਹਨੇ ਨੋਟਾ ਯਾਨੀ ਮੈਨੂੰ ਕੋਈ ਵੀ ਉਮੀਦਵਾਰ ਪਸੰਦ ਨਹੀਂ, ਉਹਦੇ ਤੇ ਮੋਹਰ ਲਾਉਣ ਦਾ ਇੱਕ ਸੱਦਾ ਦਿੱਤਾ ਹੋਇਆ ਸੀ। ਉਹਨਾਂ ਦੇ ਸੱਦੇ ਨੂੰ ਲੋਕ ਕਿੰਨਾ ਕੁ ਪ੍ਰਵਾਨ ਕਰਦੇ ਆ, ਇਹ 2-3 ਗੱਲਾਂ ਸੀਗੀਆਂ ਜਿਹੜੀਆਂ ਇਸ ਨਤੀਜੇ ਨੂੰ ਸਾਫ਼ ਕਰਨੀਆਂ ਸੀ ਤੇ ਉਹ ਨਤੀਜੇ ਤੋਂ ਬਾਅਦ ਉਹ ਸਾਫ਼ ਹੋਈਆਂ। ਨੰਬਰ 1 ਤਾਂ ਸਾਫ਼ ਇਹ ਹੋਇਆ ਵੀ ਕੁੱਲ ਜਿਹੜੀ ਵੋਟਿੰਗ ਹੋਈ 1,09,593, ਜਿਹੜੀ 58% ਵੋਟਿੰਗ, ਇਸ ਵੋਟਿੰਗ ਦੇ ਵਿੱਚੋਂ ਲਗਭਗ 76% ਵੋਟਿੰਗ ਜਿਹੜੀ ਹੈ ਉਹ ਸ਼੍ਰੋਮਣੀ ਅਕਾਲੀ ਦਲ ਤੇ BJP ਗੱਠਜੋੜ ਦੇ ਸਾਂਝੇ ਉਮੀਦਵਾਰ ਰਵਿੰਦਰ ਬ੍ਰਹਮਪੁਰਾ ਨੂੰ ਪੈ ਗਈ। ਯਾਨੀ ਉਹਨਾਂ ਦਾ ਮਾਰਜਨ ਬਹੁਤ ਰਿਹਾ। ਮਾਰਜਨ ਉਹਨਾਂ ਦਾ ਆਪ ਦਾ ਦਾਅਵਾ ਇਹ ਸੀ ਕਿ ਅਸੀਂ 60,000 ਤੋਂ ਜ਼ਿਆਦਾ ਵੋਟਾਂ ਨਾਲ ਜਿੱਤਾਂਗੇ ਤੇ ਉਹਨਾਂ ਦੇ ਆਪ ਦੇ ਦਾਅਵੇ ਤੋਂ ਵੀ ਜ਼ਿਆਦਾ ਵੋਟਾਂ ਨਾਲ ਉਹ ਜਿੱਤੇ, ਜਿਹੜੀ 65,664 ਵੋਟਾਂ ਨਾਲ। ਇੰਨਾ ਫਰਕ ਰਿਹਾ। ਸੋ ਇੱਕ ਮਾਰਜਨ ਵਧਾਉਣ ਦੀ ਜਿਹੜੀ ਇੱਕ ਕੋਸ਼ਿਸ਼ ਸੀ, ਇੱਕ ਯਤਨ ਸੀ ਸ਼੍ਰੋਮਣੀ ਅਕਾਲੀ ਦਲ ਦਾ, ਉਹਦੇ 'ਚ ਉਹ ਸਫਲ ਹੋਏ, ਨੰਬਰ 1। ਔਰ ਨੰਬਰ 2 ਵੀ
ਬਾਈਕਾਟ ਦਾ ਸੱਦਾ ਦਿੱਤਾ ਹੋਇਆ ਸੀ ਕਿ ਲੋਕਾਂ ਨੂੰ ਕਿਹਾ ਸੀ ਕਾਂਗਰਸ ਵਾਲਿਆਂ ਨੇ ਤੁਸੀਂ ਵੋਟ ਹੀ ਪਾਉਣ ਨਾ ਜਾਓ। ਉਹਨਾਂ ਨੂੰ ਵੀ ਬਹੁਤਾ ਨਿਰਾਸ਼ ਨਹੀਂ ਕੀਤਾ ਲੋਕਾਂ ਨੇ, ਕਿਉਂਕਿ ਨੀਅਰ ਅਬਾਊਟ 22% ਵੋਟ ਘਟੀ। ਕੁੱਲ ਮਿਲਾ ਕੇ 42% ਲੋਕਾਂ ਨੇ ਵੋਟ ਨਹੀਂ ਕੀਤਾ, ਮਤਲਬ 58% ਵੋਟ ਕੀਤਾ, ਯਾਨੀ 42% ਲੋਕਾਂ ਨੇ ਵੋਟ ਨਹੀਂ ਪਾਈ। ਪਰ 100% ਦੀ ਵੋਟ ਤਾਂ ਕਦੇ ਵੀ ਨਹੀਂ ਪੈਂਦੀ ਹੁੰਦੀ। ਆਮ ਤੌਰ ਤੇ ਜ਼ਿਮਨੀ ਚੋਣ ਦੇ ਵਿੱਚ 80% ਦੇ ਕਰੀਬ ਵੋਟ ਪੈਂਦੀ ਹੈ, 80 ਤੋਂ ਵੀ ਪਲੱਸ ਤੇ ਹੋ ਸਕਦੀ ਹੈ। ਪਰ ਜੇ ਆਪਾਂ 80% ਦੇ ਹਿਸਾਬ ਨਾਲ ਰੱਖੀਏ ਤਾਂ ਵੀ ਕਾਂਗਰਸ ਪਾਰਟੀ ਦੇ ਬਾਈਕਾਟ ਜਿਹਨੂੰ 22% ਲੋਕਾਂ ਨੇ ਮੰਨਿਆ, ਜਿਹੜੀ ਪਿਛਲੀ ਚੋਣ ਨਾਲੋਂ 22% ਘੱਟ ਲੋਕ ਆਏ ਵੋਟ ਪਾਉਣ ਵਾਸਤੇ। ਇਹ ਕਾਂਗਰਸ ਪਾਰਟੀ ਨੂੰ ਇਹਦੇ ਤੇ ਤਸੱਲੀ ਹੋ ਸਕਦੀ ਹੈ, ਕਿਉਂਕਿ ਉਹਨਾਂ ਦੇ ਬਾਗੀ ਉਮੀਦਵਾਰ ਨੇ ਵੀ 12% ਵੋਟ ਲਈ ਹੈ। ਜਿਹੜਾ ਉਹਨਾਂ ਦਾ ਬਾਗੀ ਉਮੀਦਵਾਰ ਬਿੱਟਾ ਤੇ ਭੁਪਿੰਦਰ ਸਿੰਘ ਬਿੱਟੂ, ਉਹਨੂੰ ਵੋਟ ਜਿਹੜੀ ਪਈ ਆ 17,000 ਦੇ ਤੋਂ ਥੋੜੀ ਜਿਹੀ ਜ਼ਿਆਦਾ ਜਿਹੜੀ ਵੋਟ ਪਈ ਹੈ 17,416, ਉਹ ਵੋਟ ਵੀ 12% ਵੱਧ ਗਈ ਹੈ। ਟੋਟਲ ਪੋਲਿੰਗ ਦਾ 12% ਉਹ ਵੋਟ ਹੋ ਗਈ। 22% ਵੋਟ ਜਿਹੜੀ ਹੈ ਤੁਸੀਂ ਕਹਿ ਲਓ ਬਈ ਕਾਂਗਰਸ ਦੇ ਸੱਦੇ ਤੇ ਜਿਹੜੀ ਆ ਉਹ ਬਾਈਕਾਟ ਕਰ ਗਈ। ਉਹ 22 ਤੇ 12, 22 ਤੋਂ 24 ਤੇ 10, 34% ਵੋਟ ਦਾ ਦਾਅਵਾ ਜਿਹੜਾ ਆ ਬਿਨਾਂ ਕਿਸੇ ਚੀਚੀ ਜਿੱਤਣ ਦੇ ਕਾਂਗਰਸ ਵਾਲੇ ਕਰ ਸਕਦੇ ਆ ਕਿ ਸਾਡੇ ਹੱਥ ਵੀ ਬਿਨਾਂ ਕਿਸੇ ਕੰਪੇਨ ਤੇ 34% ਵੋਟਾਂ ਹੈਗੀਆਂ। ਇਹ ਕਾਂਗਰਸ ਪਾਰਟੀ ਵਾਸਤੇ ਤਸੱਲੀ ਵਾਲੀ ਗੱਲ ਹੋ ਸਕਦੀ ਹੈ। ਆਮ ਆਦਮੀ ਪਾਰਟੀ ਨੂੰ ਥੋੜੀ ਇੱਥੇ ਨਿਰਾਸ਼ਤਾ ਹੋ ਸਕਦੀ ਹੈ, ਕਿਉਂਕਿ ਉਹਨਾਂ ਦੇ ਸੱਦੇ ਦੇ ਉੱਤੇ ਜਿਹੜਾ ਨੋਟਾ ਆ ਉਹਨੂੰ ਬਹੁਤ ਘੱਟ ਲੋਕਾਂ ਨੇ ਚੂਜ਼ ਕੀਤਾ। ਫਿਰ ਵੀ ਆਪਣੇ ਆਪ ਦੇ ਵਿੱਚ ਇਹ ਚੰਗੀ ਗੱਲ ਹੈ ਕਿ ਸਾਨੂੰ ਕੋਈ ਵੀ ਉਮੀਦਵਾਰ ਪਸੰਦ ਨਹੀਂ। ਇਸ ਤਰ੍ਹਾਂ ਦਾ ਇੱਕ ਟ੍ਰੈਂਡ ਜਿਹੜਾ ਚੱਲਿਆ, ਉਸ ਟ੍ਰੈਂਡ ਦੇ ਵਿੱਚ ਘੱਟੋ ਘੱਟ 2200-2300 ਦੇ ਨੇੜੇ ਤੇੜੇ ਜਿਹੜੇ ਲੋਕਾਂ ਨੇ ਆਪਣੇ ਆਪ ਨੂੰ ਇਨਵੋਲਵ ਕੀਤਾ, ਯਾਨੀ ਲੋਕ ਘਰੋਂ ਬਾਹਰ ਨਿਕਲੇ, ਪੋਲਿੰਗ ਬੂਥ ਤੇ ਗਏ, ਪਰ ਜਾ ਕੇ ਵੋਟ ਕਿਸੇ ਉਮੀਦਵਾਰ ਨੂੰ ਨਹੀਂ ਕੀਤਾ, ਨੋਟਾਂ ਦੇ ਉੱਤੇ ਮੋਹਰ ਲਾਤੀ। ਇਹ ਆਮ ਆਦਮੀ ਪਾਰਟੀ ਨੂੰ ਇਸ ਗੱਲ ਦੀ ਤਸੱਲੀ ਹੋ ਸਕਦੀ ਹੈ ਵੀ ਘੱਟੋ ਘੱਟ ਉਹਨਾਂ ਦੇ ਸੱਦੇ ਦੇ ਉੱਤੇ 2300 ਦੇ ਨੇੜੇ ਤੇੜੇ ਲੋਕਾਂ ਨੇ ਜਿਹੜਾ ਨੋਟਾਂ ਤੇ ਵੋਟ ਕਰ ਦਿੱਤਾ, ਯਾਨੀ ਕਿਸੇ ਵੀ ਉਮੀਦਵਾਰ ਨੂੰ ਪਸੰਦ ਨਹੀਂ ਕੀਤਾ। ਸੋ ਇਹ ਵੱਖ-ਵੱਖ ਪਾਰਟੀਆਂ ਇੱਥੋਂ ਆਪੋ ਆਪਣੀ ਤਸੱਲੀ ਹਾਸਲ ਕਰ ਸਕਦੀਆਂ। ਪਰ ਓਵਰਆਲ ਲੋਕਾਂ ਦੇ ਵਿੱਚ ਇੱਕ ਚਰਚਾ ਆ ਵੀ ਜੀ ਇੰਨਾ ਜ਼ਿਆਦਾ ਵਿਰੋਧ ਸੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੀਆਂ ਘਟਨਾਵਾਂ ਕਰਕੇ ਸ਼੍ਰੋਮਣੀ ਅਕਾਲੀ ਦਲ ਦਾ, ਵੀ ਲੋਕਾਂ ਨੇ ਪਿੰਡਾਂ ਦੇ ਵਿੱਚ ਉਹਨਾਂ ਦਾ ਵੜਨਾ ਜਿਹੜਾ ਮੁਹਾਲ ਕਰ ਦਿੱਤਾ ਸੀ। ਪਿੰਡਾਂ 'ਚ ਵੋਟ ਲੱਗ ਗਏ ਸੀ ਕਿ ਸਾਡੇ ਪਿੰਡ ਜਥੇਦਾਰ ਜਿਹੜੇ ਸ਼੍ਰੋਮਣੀ ਅਕਾਲੀ ਦਲ ਨਾਲ ਇਨਵੋਲਵ ਨੇ ਉਹ ਸਾਡੇ ਪਿੰਡ ਨਾ ਆਉਣ, ਸ਼੍ਰੋਮਣੀ ਅਕਾਲੀ ਦਲ ਦੇ ਲੀਡਰ ਸਾਡੇ ਪਿੰਡ ਨਾ ਬਣਨ। ਉਹਦੇ ਬਾਵਜੂਦ ਪੰਥਕ ਹਲਕਾ ਜਿਹੜਾ ਕਿਹਾ ਜਾਂਦਾ ਹੈ ਖਡੂਰ ਸਾਹਿਬ, ਉੱਥੋਂ ਇੱਕ ਵੱਡੇ ਮਾਰਜਨ ਦੇ ਨਾਲ ਸ਼੍ਰੋਮਣੀ ਅਕਾਲੀ ਦਲ ਦਾ ਕੈਂਡੀਡੇਟ ਜਿੱਤਦਾ। ਉਸ ਹਾਲਤ ਵਿੱਚ ਜਦੋਂ ਬੀਜੇਪੀ ਦੇ ਲੋਕਲ ਯੂਨਿਟਸ ਵੀ ਉਹਦਾ ਪੂਰਾ ਸਾਥ ਨਹੀਂ ਦੇ ਰਹੇ ਤਾਂ ਵੀ ਉਹ ਜਿੱਤਦਾ। ਇਹ ਇੱਕ ਲਾਜ਼ਮੀ ਤੌਰ ਦੇ ਉੱਤੇ ਸ਼ਾਇਦ ਸ਼੍ਰੋਮਣੀ ਅਕਾਲੀ ਦਲ ਵਾਸਤੇ ਉਹਨਾਂ ਦੀ ਖੁਸ਼ੀ ਦਾ ਵਾਇਸ ਹੋ ਸਕਦੀ ਹੈ ਇਹ ਗੱਲ। ਬਾਕੀ ਦਾਅਵੇ ਆਪੋ ਆਪਣੇ ਥਾਂ ਦੇ ਉੱਤੇ ਹੈ, ਪਰ ਇਹਨੂੰ ਏਦਾਂ ਸਮਝ ਲੈਣਾ ਵੀ ਇਹ ਸ਼੍ਰੋਮਣੀ ਅਕਾਲੀ ਦਲ ਦੀ ਜਿਹੜੀ ਜਿੱਤ ਹੈ ਇਹ ਸ਼੍ਰੋਮਣੀ ਅਕਾਲੀ ਦਲ ਦੀਆਂ ਨੀਤੀਆਂ ਦੀ ਜਿੱਤ ਹੈ, ਇਹ ਨਹੀਂ ਹੈ। ਕਿਉਂਕਿ ਜਦੋਂ ਤੁਹਾਡੇ ਸਾਹਮਣੇ ਕੋਈ ਮੁਕਾਬਲੇ 'ਚ ਹੀ ਨਹੀਂ ਹੈ ਤੇ ਫਿਰ ਸਰਕਾਰ ਵੀ ਤੁਹਾਡੀ ਹੈ, ਸਰਕਾਰੀ ਮਸ਼ੀਨਰੀ ਦੀ ਮਿਸਯੂਜ਼ ਵੀ ਤੁਸੀਂ ਕਰਨੀ ਹੈ। ਹਰ ਹਰਵਾ ਵਰਤ ਕੇ ਤੁਸੀਂ ਲੋਕਾਂ ਨੂੰ ਪੋਲਿੰਗ ਬੂਥਾਂ ਤੱਕ ਲੈ ਕੇ ਆਉਣਾ ਤੇ ਉਹ ਸਾਰੇ ਤਰੀਕੇ ਵਰਤੇ ਗਏ। ਸੋ ਵੋਟ ਹੋਈ ਆ ਉਹਦੇ 'ਚ ਮੁਕਾਬਲੇ 'ਚ ਕੋਈ ਨਹੀਂ ਸੀ ਤੇ ਬ੍ਰਹਮਪੁਰਾ ਨੇ ਜਿੱਤਣਾ ਹੀ ਸੀ ਤੇ ਉਹ ਜਿੱਤੇ ਨੇ। ਪਰ ਅਕਾਲੀ ਦਲ ਵਾਲੇ ਇਹਦੇ ਤੇ ਖੁਸ਼ ਹੋ ਸਕਦੇ ਆ ਵੀ ਖਬਰੇ ਉਹਨਾਂ ਦੀ ਨੀਤੀਆਂ ਦੀ ਇਹ ਜਿੱਤ ਹੈ, ਪਰ ਇਹ ਨੀਤੀਆਂ ਦੀ ਜਿੱਤ ਨਹੀਂ ਕਹੀ ਜਾ ਸਕਦੀ। ਬਿਲਕੁਲ ਵੀ ਮੈਦਾਨ ਦੇ ਵਿੱਚ ਹੀ ਕੋਈ ਨਹੀਂ ਸੀ, ਮੈਦਾਨ ਖਾਲੀ ਸੀਗਾ। ਤਾਂ ਇਸੇ ਦੇ ਤਹਿਤ ਜਿਸ ਤਰ੍ਹਾਂ ਅਕਾਲੀ ਦਲ ਵਾਲੇ ਖੁਸ਼ ਆ ਇਸ ਵੇਲੇ ਅਤੇ ਦੂਸਰੀਆਂ ਜਿਹੜੀਆਂ ਵਿਰੋਧੀ ਪਾਰਟੀਆਂ ਆ, ਪਾਰਟੀ ਹੈਗੀ ਜੀ ਭਾਰਤੀ ਜਨਤਾ ਪਾਰਟੀ ਆ, ਕਾਂਗਰਸ ਪਾਰਟੀ ਆ, ਆਮ ਆਦਮੀ ਪਾਰਟੀ ਆ। ਭਾਰਤੀ ਜਨਤਾ ਪਾਰਟੀ ਤੇ ਚਲੋ ਇਹਨਾਂ ਦੇ ਨਾਲ ਆ, ਕਾਂਗਰਸ ਪਾਰਟੀ ਤੇ ਆਮ ਆਦਮੀ ਪਾਰਟੀ ਦਾ ਕੀ ਰਿਐਕਸ਼ਨ ਹੈ ਇਸ ਤੇ? ਦੇਖੋ, ਆਮ ਆਦਮੀ ਪਾਰਟੀ ਨੇ ਤਾਂ ਸਾਫ਼ ਤੌਰ ਤੇ ਕਿਹਾ ਹੀ ਸੀ ਕਿ ਅਸੀਂ ਇਸ ਚੋਣ ਮੈਦਾਨ 'ਚ ਨਹੀਂ। ਉਹਨਾਂ ਨੇ ਸਾਫ਼ ਕੀਤਾ ਸੀ ਕਿ ਸਾਡਾ ਟਾਰਗੇਟ ਤਾਂ 2017 ਦਾ ਹੈ। ਪਰ ਆਪਣੇ ਆਪ ਦੇ ਵਿੱਚ ਇਹ ਅਜੀਬ ਲੱਗਦਾ ਹੈ ਕਿ ਜਿਹੜੀਆਂ ਪਿਛਲੀਆਂ ਦੋ ਜ਼ਿਮਨੀ ਚੋਣਾਂ ਹੋਈਆਂ ਉਹ 'ਚ ਆਮ ਆਦਮੀ ਪਾਰਟੀ ਨੇ ਆਪਣੇ ਕੈਂਡੀਡੇਟ ਉਤਾਰੇ ਸੀ, ਪਰ ਇੱਥੇ ਆਪਣੇ ਕੈਂਡੀਡੇਟ ਨਾ ਉਤਾਰਨੇ ਉਸ ਪਾਰਟੀ ਵੱਲੋਂ ਜਿਹਦਾ ਇਹ ਦਾਅਵਾ ਹੈ ਕਿ 2017 ਦੇ ਵਿੱਚ ਪੰਜਾਬ ਦੇ ਵਿੱਚ ਹੁਕੂਮਤ ਉਹਨਾਂ ਨੇ ਬਣਾਉਣੀ ਆ, ਸੱਤਾ ਉਹਨਾਂ ਨੇ ਹਾਸਲ ਕਰਨੀ ਹੈ, ਉਹ ਸ਼ਾਇਦ ਲੋਕਾਂ ਨੂੰ ਪਚਿਆ ਨਹੀਂ ਹੈ। ਲੋਕ ਉਡੀਕ ਕਰਦੇ ਸੀ ਕਿ ਆਮ ਆਦਮੀ ਪਾਰਟੀ ਵੀ ਇਸ ਚੋਣ ਮੈਦਾਨ 'ਚ ਹੁੰਦੀ, ਉਹ ਨਹੀਂ ਸੀ। ਪਰ ਉਹਨਾਂ ਨੇ ਇੱਕ ਰਣਨੀਤਿਕ ਤੌਰ ਦੇ ਉੱਤੇ ਬਹੁਤ ਪਹਿਲਾਂ ਇਹਦਾ ਫੈਸਲਾ ਕਰ ਲਿਆ ਸੀ, ਇਸ ਕਰਕੇ ਉਹਨਾਂ ਦੇ ਫੈਸਲੇ ਦੀ ਬਹੁਤੀ ਨੁਕਤਾਚੀਨੀ ਵੀ ਨਹੀਂ ਕੀਤੀ ਜਾ ਸਕਦੀ। ਸ਼ਾਇਦ ਉਹਨਾਂ ਦੀ ਸਟ੍ਰੈਟਜੀ ਹੈ ਵੀ ਉਹ 2017 ਦੇ ਵਿੱਚ ਆਪਣੀ ਪੂਰੀ ਤਾਕਤ ਲਾਉਣਾ ਚਾਹੁੰਣਗੇ ਤੇ ਸਿਰਫ ਇੱਕ ਜ਼ਿਮਨੀ ਚੋਣ ਦੇ ਵਿੱਚ ਆਪਣੀ ਤਾਕਤ ਜ਼ਾਇਆ ਨਹੀਂ ਸੀ ਕਰਨਾ ਚਾਹੁੰਦੇ। ਪਰ ਉਹਦੇ ਬਾਵਜੂਦ ਹੁਣ ਜਿਸ ਤਰ੍ਹਾਂ ਦਾ ਰਿਜ਼ਲਟ ਆਇਆ ਉਹਦੇ ਤੇ
ਸੰਤੁਲਿਤ ਕਿਸਮ ਦਾ ਕਹਿ ਲਓ ਵੀ ਟਿੱਪਣੀ ਆਮ ਆਦਮੀ ਪਾਰਟੀ ਦੀ ਲੀਡਰਸ਼ਿਪ ਦੀ, ਵੀ ਉਹ ਸਮਝਦੇ ਆ ਕਿ ਇਹ ਚੋਣ ਦੇ ਵਿੱਚ ਜਿਹੜੀ ਸ਼੍ਰੋਮਣੀ ਅਕਾਲੀ ਦਲ ਦੀ ਜਿੱਤ ਹੈ, ਉਹ ਉਸ ਜਿੱਤ ਦੇ ਨਾਲ ਇੱਕ ਭਰਮ ਜਿਹਾ ਸ਼ਾਇਦ ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਪਾਲ ਸਕਦੀ ਹੈ, ਪਰ ਉਸ ਭਰਮ ਨੇ ਟੁੱਟਣਾ 2017 ਦੀ ਪੰਜਾਬ ਵਿਧਾਨ ਸਭਾ ਦੀ ਚੋਣਾਂ 'ਚ। ਜਿੱਥੇ ਤੱਕ ਕੈਪਟਨ ਅਮਰਿੰਦਰ ਦਾ ਸਵਾਲ ਹੈ ਜਾਂ ਸੁਨੀਲ ਜਾਖੜ ਦਾ ਸਵਾਲ ਹੈ, ਸੁਨੀਲ ਜਾਖੜ ਨੇ ਤਾਂ ਇਹ ਗੱਲ ਕਹੀ ਹੈ ਵੀ ਖਡੂਰ ਸਾਹਿਬ ਦੀ ਜ਼ਿਮਨੀ ਚੋਣ ਦਾ ਨਤੀਜਾ ਸ਼੍ਰੋਮਣੀ ਅਕਾਲੀ ਦਲ ਦੀ ਆਖਰੀ ਖੁਸ਼ੀ ਮੰਨੀ ਜਾਣੀ ਚਾਹੀਦੀ ਹੈ ਕਿ ਇਹ 2017 ਦੀਆਂ ਚੋਣਾਂ ਤੋਂ ਪਹਿਲਾਂ ਦੀ ਆਖਰੀ ਖੁਸ਼ੀ ਹੈ, ਵੀ ਉਹ ਖੁਸ਼ੀ ਮਨਾ ਲੈਣ, ਪਰ 2017 ਦੇ ਵਿੱਚ ਉਹਨਾਂ ਦੀ ਇਹ ਖੁਸ਼ੀ ਕਾਫੂਰ ਹੋ ਜਾਏਗੀ। ਇਸ ਲਈ ਜਾਖੜ ਨੇ ਕਿਹਾ। ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਇਹਨਾਂ ਚੋਣਾਂ ਦੇ ਨਤੀਜੇ ਦਾ ਕੋਈ ਮਹੱਤਵ ਨਹੀਂ ਹੈ। ਦੇਖੋ, ਅਸੀਂ ਇਹ ਸਮਝਦੇ ਹਾਂ ਕਿ ਇਹਨਾਂ ਚੋਣਾਂ, ਜਿਹੜੀ ਇਹ ਚੋਣ ਜ਼ਿਮਨੀ ਚੋਣ ਹੋਈ ਹੈ, ਇਹਦਾ 2017 ਦੇ ਨਜ਼ਰੀਏ ਨਾਲ ਜੇ ਦੇਖਣਾ ਹੋਵੇ ਤਾਂ ਸੱਚਮੁੱਚ ਕੋਈ ਮਹੱਤਵ ਨਹੀਂ ਹੈ, ਪਰ ਫੌਰੀ ਦੇਖਣਾ ਹੋਵੇ ਤਾਂ ਇਹਦਾ ਮਹੱਤਵ ਲਾਜ਼ਮੀ ਤੌਰ ਤੇ ਬਣ ਜਾਂਦਾ ਹੈ। ਫੌਰੀ ਤੌਰ ਦੇ ਉੱਤੇ ਇੱਕ ਸ਼੍ਰੋਮਣੀ ਅਕਾਲੀ ਦਲ ਨੂੰ ਆਕਸੀਜਨ ਮਿਲਣ ਦੀ ਕਹਿ ਲਓ ਵੀ ਕਿਸੇ ਕਿਸਮ ਦਾ ਇੱਕ ਆਕਸੀਜਨ ਜਿੱਦਾਂ ਮਿਲਣਾ ਹੁੰਦਾ ਕਿਸੇ ਨੂੰ ਮਰਦੇ ਹੋਏ ਵਿਅਕਤੀ ਨੂੰ, ਆਕਸੀਜਨ ਮਿਲਿਆ। ਸ਼੍ਰੋਮਣੀ ਅਕਾਲੀ ਦਲ ਜਿਹੜਾ ਬਹੁਤ ਢਹਿੰਦੀਆਂ ਗੱਲਾਂ ਚਲਾ ਗਿਆ ਸੀ, ਉਹਦੇ ਵਾਸਤੇ ਸੱਚਮੁੱਚ ਇਹ ਨਤੀਜਾ ਜਿਹੜਾ ਆ ਇੱਕ ਆਕਸੀਜਨ ਵਾਂਗ ਹੀ ਕੰਮ ਕਰੇਗਾ। ਸੋ ਇਹ ਮਹੱਤਵ ਫੌਰੀ ਤੌਰ ਦੇ ਉੱਤੇ, ਟੈਂਪਰੇਰੀ ਤੌਰ ਦੇ ਉੱਤੇ ਹੈ ਕਿ ਸ਼੍ਰੋਮਣੀ ਅਕਾਲੀ ਦਲ ਜਿਹੜਾ ਆ ਉਹਦੇ ਨਵੀਂ ਜਾਨ ਆਈ ਹੈ, ਤੇ ਉਹਨੂੰ ਇਹ ਤਸੱਲੀ ਜਿਹੀ ਹੈ ਕਿ ਉਹਦਾ ਜਿਹੜਾ ਕਾਡਰ ਵੋਟ ਹੈ, ਜਿਹਨੂੰ ਕੋਰ ਵੋਟ ਕਹਿ ਸਕਦੇ ਹੋ ਤੁਸੀਂ, ਉਹ ਵੋਟ ਉਹਦਾ ਕਾਇਮ ਹੈ, ਉਹ ਖੁੱਸਿਆ ਨਹੀਂ ਹੈ। ਹਾਂ, ਜਿਹੜਾ ਬਾਕੀ ਵੋਟ ਹੈ ਉਹਨੂੰ ਹੁਣ ਕਿੱਦਾਂ ਉਹਨੇ ਕੰਟਰੋਲ ਕਰਨਾ, ਇਹ ਉਹਦੇ ਵਾਸਤੇ ਜਿਹੜਾ ਹੈ ਸ਼ਾਇਦ ਇੱਕ ਚੈਲੰਜ ਹੈ। ਪਰ ਜੇ 2017 ਤੇ ਇਹਨੂੰ ਇੰਪਰੂਵ ਕਰਨਾ ਹੋਵੇ ਤਾਂ ਉਹ ਪੋਸੀਬਿਲਿਟੀ ਨਹੀਂ, ਜਿੱਦਾਂ ਸੁਖਬੀਰ ਬਾਦਲ ਨੇ ਕਿਹਾ। ਸੁਖਬੀਰ ਬਾਦਲ ਨੇ ਇਹ ਗੱਲ ਕਹੀ ਵੀ ਖਡੂਰ ਸਾਹਿਬ ਦੀ ਜ਼ਿਮਨੀ ਚੋਣ ਦਾ ਨਤੀਜਾ ਜਿਹੜਾ ਆ ਉਹ 2017 ਦੇ ਚੋਣ ਨਤੀਜਿਆਂ ਨੂੰ ਅੱਜ ਹੀ ਦਰਸਾ ਰਿਹਾ ਹੈ ਕਿ 2017 ਦੇ ਵਿੱਚ ਪੰਜਾਬ ਵਿਧਾਨ ਸਭਾ ਦੀਆਂ ਜਿਹੜੀਆਂ ਚੋਣਾਂ ਦੇ ਨਤੀਜੇ ਆਉਣੇ ਆ, ਜੋ ਖਡੂਰ ਸਾਹਿਬ ਦਾ ਨਤੀਜਾ ਉਹੀ ਆਉਣਗੇ। ਇਹ ਸੁਖਬੀਰ ਬਾਦਲ ਨੇ ਕਿਹਾ ਕਿ ਅਸੀਂ ਲਗਾਤਾਰ ਤੀਜੀ ਵਾਰ ਪੰਜਾਬ ਦੇ ਵਿੱਚ ਸਰਕਾਰ ਬਣਾਉਣ ਜਾ ਰਹੇ ਹਾਂ। ਖਡੂਰ ਸਾਹਿਬ ਦੀ ਜ਼ਿਮਨੀ ਚੋਣ ਦੇ ਨਤੀਜੇ ਨੇ ਇਹ ਪ੍ਰਮਾਣਿਤ ਕਰ ਦਿੱਤਾ ਹੈ। ਇਹਦੇ ਨਾਲ ਅਸੀਂ ਮੁਤਫਿਕ ਨਹੀਂ ਹੋ ਸਕਦੇ, ਕਿਉਂਕਿ ਪੰਜਾਬ ਦੀ ਹਾਲਤ ਜਿਹੜੀ ਹੈ, ਉਸ ਹਾਲਤ ਦੇ ਉੱਤੇ, ਪੰਜਾਬ ਦੀ ਹਾਲਤ ਦੇ ਉੱਤੇ ਜਿਸ ਕਿਸਮ ਦਾ ਪ੍ਰਤੀਕਰਮ ਪੰਜਾਬ ਦੀ ਜਨਤਾ ਨੇ ਦੇਣਾ, ਉਹ 117 ਹਲਕਿਆਂ ਦੀ ਜਨਤਾ ਦੇਗੀ ਤਾਂ ਪਤਾ ਲੱਗੇਗਾ। ਉਹ ਖਡੂਰ ਸਾਹਿਬ ਦੀ ਜ਼ਿਮਨੀ ਚੋਣ, ਜਿੱਥੇ ਕੋਈ ਵੀ ਚੋਣ ਮੈਦਾਨ 'ਚ ਨਹੀਂ ਹੈ, ਸਿਰਫ ਤੁਸੀਂ ਇਕੱਲੇ ਭਲਵਾਨ ਹੋ, ਤੇ ਇਸ ਕਰਕੇ ਉਹਨੂੰ ਏਦਾਂ ਮੰਨ ਲੈਣਾ ਵੀ ਉਹੀ ਚੋਣ ਨਤੀਜਾ ਇੰਪੋਜ਼ ਹੋਏਗਾ ਪੰਜਾਬ ਵਿਧਾਨ ਸਭਾ ਦੀਆਂ 2017 ਦੀਆਂ ਚੋਣਾਂ 'ਚ, ਇਹਦੇ ਨਾਲ ਮੁਤਫਿਕ ਨਹੀਂ ਹੋਇਆ ਜਾ ਸਕਦਾ। ਪੰਜਾਬ ਦੇ ਮਸਲੇ ਵੱਡੇ ਨੇ, ਪੰਜਾਬ ਦੀਆਂ ਲੋੜਾਂ ਬਹੁਤ ਵੱਖਰੀਆਂ ਕਿਸਮ ਦੀਆਂ, ਪੰਜਾਬੀ ਆਵਾਮ ਦੀਆਂ ਚਿੰਤਾਵਾਂ ਜਿਹੜੀਆਂ ਉਹਨਾਂ ਦੀਆਂ ਫਿਕਰਾਂ ਨੂੰ ਜਿਹੜਾ ਹੈ ਜੇ ਟਾਰਗੇਟ ਨਹੀਂ ਕੀਤਾ ਜਾਏਗਾ, ਮੁਖਾਤਬ ਨਹੀਂ ਹੋਇਆ ਜਾਏਗਾ, ਤਾਂ ਫਿਰ ਲਾਜ਼ਮੀ ਤੌਰ ਤੇ ਦੇ ਵਿੱਚ ਇਹ ਕਹਿਣਾ ਲਗਭਗ ਹਕੀਕਤ ਤੋਂ ਭੱਜਣਾ ਹੋਏਗਾ ਵੀ ਜੋ ਖਡੂਰ ਸਾਹਿਬ ਦੇ ਵਿੱਚ ਹੋਇਆ ਉਹੀ 2017 'ਚ ਹੋਣ ਜਾ ਰਿਹਾ। ਏਦਾਂ ਹੋਣਾ ਨਹੀਂ ਹੈ। ਸੋ ਓਵਰਆਲ ਅਸੀਂ ਸਮਝਦੇ ਹਾਂ ਕਿ ਇਸ ਚੋਣ ਨਤੀਜੇ ਦਾ ਫੌਰੀ ਤੌਰ ਦੇ ਉੱਤੇ ਇੱਕ ਰਾਹਤ ਦੇਣ ਵਾਲਾ ਕੰਮ ਤਾਂ ਜ਼ਰੂਰ ਹੈ ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਨੂੰ, ਪਰ ਇਹ ਰਾਹਤ ਕਾਇਮ ਰਹੇਗੀ, ਇਹਦੀ ਸੰਭਾਵਨਾ ਬਿਲਕੁਲ ਨਹੀਂ ਹੈ ਜੀ। ਅੱਜ ਹੀ ਤੇ ਅੱਗੇ ਗੱਲ ਕਰਦੇ ਹਾਂ ਭਾਰਤੀ ਜਨਤਾ ਪਾਰਟੀ ਤੇ ਅਕਾਲੀ ਦਲ ਦਾ ਜਿਹੜਾ ਗੱਠਜੋੜ ਆ, ਪਤੀ ਪਤਨੀ ਵਾਲਾ ਰਿਸ਼ਤਾ ਹੈ, ਲੱਗਦਾ ਕਿ ਇਸ ਦੇ ਵਿੱਚ ਥੋੜੀ ਖਟਾਸ ਪੈਦਾ ਹੋ ਗਈ ਆ। ਇਹਨਾਂ ਦੀਆਂ ਪੰਜਾਬ ਦੇ ਵਿੱਚ ਗੱਠਜੋੜ ਲੈ ਕੇ 3 ਮੀਟਿੰਗਾਂ ਹੋ ਚੁੱਕੀਆਂ, ਪਰ ਨਤੀਜਾ ਕੀ ਨਿਕਲਿਆ? ਦੇਖੋ, ਦਾਅਵੇ ਤਾਂ ਕੀਤੇ ਜਾ ਰਹੇ ਹੈ ਕਿ ਅਸੀਂ ਇੱਕ ਹੈ, ਪਰ ਉਸ ਏਕਤਾ ਦੇ ਉੱਤੇ ਖਤਰੇ ਦੇ ਜਿਹੜੇ ਆ ਉਹ ਅਕਸਰ ਮੰਡਰਾਉਂਦੇ ਦਿਖਾਈ ਦਿੰਦੇ ਆ। ਤੇ ਇਹਨਾਂ ਦਿਨਾਂ ਦੇ ਵਿੱਚ ਖਾਸ ਤੌਰ ਦੇ ਉੱਤੇ ਜਿਹਦੇ ਕੀਤਾ ਕਿ ਸ਼੍ਰੋਮਣੀ ਅਕਾਲੀ ਦਲ ਤੇ ਭਾਰਤੀ ਜਨਤਾ ਪਾਰਟੀ ਦਾ ਜਿਹੜਾ ਗੱਠਜੋੜ ਹੈ, ਇਹਦੀ ਮਜ਼ਬੂਤੀ ਕਿੰਨੀ ਕੁ ਹੈ, ਇਸ ਗੱਲ ਤੋਂ ਪਤਾ ਲੱਗ ਜਾਂਦਾ ਹੈ ਕਿ ਪਿਛਲੇ 10 ਦਿਨਾਂ 'ਚ 3 ਵਾਰ ਨੈਸ਼ਨਲ ਲੀਡਰਸ਼ਿਪ ਜਿਹੜੀ ਭਾਰਤੀ ਜਨਤਾ ਪਾਰਟੀ ਦੀ ਹੈ, ਜਿਹਦੇ 'ਚ ਅਰੁਣ ਜੇਟਲੀ ਸ਼ਾਮਲ ਨੇ ਜਾਂ ਅਮਿਤ ਸ਼ਾਹ ਸ਼ਾਮਲ ਨੇ, ਇਹਨਾਂ ਲੋਕਾਂ ਦੇ ਨਾਲ 3 ਮੀਟਿੰਗਾਂ ਪੰਜਾਬ ਦੀ ਲੀਡਰਸ਼ਿਪ ਦੀਆਂ ਹੋ ਗਈਆਂ। ਵੀ ਕੀ ਲੋੜ ਬਣ ਗਈ ਕਿ 10 ਦਿਨਾਂ 'ਚ 3 ਵਾਰ ਨੈਸ਼ਨਲ ਲੈਵਲ ਦੇ ਉੱਤੇ ਮੀਟਿੰਗ ਜਿਹੜੀ ਆ ਕਰਨੀ ਪਈ ਬੀਜੇਪੀ ਤੇ ਅਕਾਲੀ ਲੀਡਰਸ਼ਿਪ ਨੂੰ? ਉਹਦੇ ਤੋਂ ਸਾਫ਼ ਹੁੰਦਾ ਹੈ ਕਿ ਕਿਤੇ ਨਾ ਕਿਤੇ ਅੜਿੱਕੇ ਹੈ। ਉਹ ਅੜਿੱਕੇ ਕੀ ਹੈ?
ਉਹ ਕਿ ਇਸ ਤਰ੍ਹਾਂ ਦੇ ਹੈ ਕਿ ਹਾਲ ਫਿਲਹਾਲ ਭਾਰਤੀ ਜਨਤਾ ਪਾਰਟੀ ਭਾਵੇਂ ਇਹ ਕਹਿ ਰਹੀ ਹੈ ਕਿ ਸਾਡਾ ਰਿਸ਼ਤਾ ਬੜਾ ਪੁਰਾਣਾ, ਅਰੁਣ ਜੇਟਲੀ ਨੇ ਇਹ ਵੀ ਗੱਲ ਕਹੀ ਵੀ ਸਾਡਾ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੇ ਨਾਲ ਬਹੁਤ ਪੁਰਾਣਾ ਰਿਸ਼ਤਾ ਹੈ, ਪੁਰਾਣੀ ਸਾਂਝ ਹੈ, ਇਸ ਕਰਕੇ ਬੀਜੇਪੀ ਅਕਾਲੀ ਗੱਠਜੋੜ ਜਿਹੜਾ ਕਾਇਮ ਰਹੇਗਾ ਤੇ ਅਕਾਲੀ ਲੀਡਰਸ਼ਿਪ ਬਾਦਲ ਸਾਹਿਬ ਤੋਂ ਬਾਅਦ ਜਿਹੜੀ ਲੀਡਰਸ਼ਿਪ ਹੈ, ਜਿਹੜੀ ਸੁਖਬੀਰ ਬਾਦਲ ਜਾਂ ਬਾਕੀ ਲੀਡਰਸ਼ਿਪ, ਉਹਨਾਂ ਦੀ ਜ਼ਿੰਮੇਵਾਰੀ ਬਣ ਜਾਂਦੀ ਹੈ ਕਿ ਇਸ ਰਿਸ਼ਤੇ ਨੂੰ ਏਦਾਂ ਹੀ ਨਿਭਾਇਆ ਜਾਂਦਾ ਰਹੇ। ਹੁਣ ਉਹਨਾਂ ਦੀ ਜ਼ਿੰਮੇਵਾਰੀ ਬਣ ਜਾਂਦੀ ਹੈ। ਅਰੁਣ ਜੇਟਲੀ ਦੇ ਇਹ ਕਹਿਣ ਤੋਂ ਭਾਵ ਇਹ ਹੈ ਕਿ ਕਿਤੇ ਨਾ ਕਿਤੇ ਜ਼ਿੰਮੇਵਾਰੀ 'ਚ ਕੋਤਾਹੀ ਹੋ ਰਹੀ ਹੈ। ਦੂਜੀ ਗੱਲ ਇਹ ਹੈ ਵੀ ਏਦਾਂ ਦੀਆਂ ਖਬਰਾਂ ਪਹਿਲਾਂ ਫੈਲਾ ਦਿੱਤੀਆਂ ਗਈਆਂ ਪੰਜਾਬ ਦੀ ਅਕਾਲੀ ਲੀਡਰਸ਼ਿਪ ਵੱਲੋਂ, ਸੁਖਬੀਰ ਬਾਦਲ ਵੱਲੋਂ ਖਾਸ ਤੌਰ ਦੇ ਉੱਤੇ, ਕਿ ਦੇਖੋ ਜੀ ਦਿੱਲੀ 'ਚ ਮੀਟਿੰਗ ਹੋ ਗਈ ਹੈ ਤੇ ਭਾਰਤੀ ਜਨਤਾ ਪਾਰਟੀ ਆਪਣੀ ਪੁਰਾਣੀ ਜਿਹੜੀ ਉਹਨਾਂ ਦੀ 23 ਸੀਟਾਂ ਦੀ ਇੱਕ ਬਕਾਇਦਾ ਰਣਨੀਤੀ ਹੈ ਕਿ 23 ਸੀਟਾਂ ਗੱਠਜੋੜ ਦੇ ਵਿੱਚ ਲੈ ਕੇ ਉਹਨੂੰ ਚੋਣ ਲੜਨੀ ਹੈ ਤੇ ਉਹ 23 ਸੀਟਾਂ ਤੇ ਹੀ ਚੋਣ ਲੜੇਗੀ ਬੀਜੇਪੀ ਸਾਂਝੇ ਗੱਠਜੋੜ ਵੱਲੋਂ। ਤੇ ਬਾਅਦ ਵਿੱਚ ਭਾਰਤੀ ਜਨਤਾ ਪਾਰਟੀ ਦੀ ਲੀਡਰਸ਼ਿਪ ਦੇ ਹਿੱਸੇ ਨੇ ਇਸ ਗੱਲ ਨੂੰ ਕੰਡੈਮ ਕੀਤਾ, ਇਹ ਕਹਿ ਕੇ ਕਿ ਕਿਸੇ ਨੇ ਇਹ ਗੱਲ ਨਹੀਂ ਕਹੀ ਕਿ ਅਸੀਂ 23 ਸੀਟਾਂ ਤੇ ਲੜਾਂਗੇ। ਔਰ ਅੜਿੱਕਾ ਕਿੱਥੇ ਹੈ? ਮੈਨੂੰ ਇਹ ਲੱਗਦਾ ਅੜਿੱਕਾ ਇਹ ਹੈ ਕਿ ਭਾਰਤੀ ਜਨਤਾ ਪਾਰਟੀ ਦੀ ਜਿਹੜੀ ਪੰਜਾਬ ਦੀ ਲੀਡਰਸ਼ਿਪ ਦਿੱਲੀ ਜਾ ਕੇ ਮੀਟਿੰਗ ਕਰਕੇ ਆਈ ਅਮਿਤ ਸ਼ਾਹ ਹੋਰਾਂ ਦੇ ਨਾਲ, ਉੱਥੇ ਸਾਰੀ ਲੀਡਰਸ਼ਿਪ ਨੇ ਇਹ ਗੱਲ ਕਹਿ ਦਿੱਤੀ ਵੀ ਦੇਖੋ ਜੇ ਗੱਠਜੋੜ ਏਦਾਂ ਹੀ ਚੱਲਣਾ ਹੈ ਤੇ ਫਿਰ ਘੱਟੋ ਘੱਟ ਸਾਨੂੰ 45 ਸੀਟਾਂ ਚਾਹੀਦੀਆਂ ਹੋਣਗੀਆਂ। ਜੇ ਇਕੱਲੇ ਚੋਣ ਲੜਦੇ ਆ ਤੇ 60 ਤੇ ਲੜਾਂਗੇ, ਨਹੀਂ ਤਾਂ 40 ਤੋਂ 45 ਸੀਟਾਂ ਤੋਂ ਘੱਟ ਸਮਝੌਤਾ ਨਹੀਂ ਹੋਏਗਾ। ਇਹ ਪੰਜਾਬ ਦੀ ਲੀਡਰਸ਼ਿਪ ਦਾ ਕਹਿਣਾ ਹੈ। ਤੇ 23 ਸੀਟਾਂ ਦਾ ਦਾਅਵਾ ਕਰੀ ਜਾਂਦੇ ਸੁਖਬੀਰ ਬਾਦਲ, ਤੇ ਫਿਰ ਬੀਜੇਪੀ ਦੀ ਨੈਸ਼ਨਲ ਲੀਡਰਸ਼ਿਪ ਦੇ ਇੱਕ ਹਿੱਸੇ ਨੇ ਗੱਲ ਫੇਰ ਤੋਂ ਲਿਆਂਦੀ ਸਾਹਮਣੇ ਵੀ ਸਾਡਾ ਸਮਝੌਤਾ 23 ਸੀਟਾਂ ਤੇ ਕੋਈ ਨਹੀਂ ਹਾਲੇ ਸਿਰੇ ਚੜਿਆ, ਸਮਝੌਤਾ ਤਾਂ ਆਉਣ ਵਾਲੇ ਦਿਨਾਂ 'ਚ ਪਤਾ ਲੱਗੇਗਾ। ਜਾਣੀ ਜੇ ਬੀਜੇਪੀ ਅਕਾਲੀਆਂ ਦੇ ਨਾਲ ਰਹੇਗੀ ਤਾਂ 23 ਸੀਟਾਂ ਤੇ ਗੁਜ਼ਾਰਾ ਨਹੀਂ ਕਰੇਗੀ। ਜੇ ਉਹ 45 ਸੀਟਾਂ ਮੰਗਣਗੇ ਤੇ ਘੱਟੋ ਘੱਟ 23 ਦੀ ਥਾਂ ਦੇ ਉੱਤੇ 30 ਸੀਟਾਂ ਤਾਂ ਦੇਣੀਆਂ ਪੈਣਗੀਆਂ, ਏਦਾਂ ਦੀ ਸੰਭਾਵਨਾ। ਸੋ ਦੂਜੀ ਗੱਲ ਇਹ ਹੈ ਕਿ ਪੰਜਾਬ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਤੇ ਬੀਜੇਪੀ ਗੱਠਜੋੜ ਦੇ ਜਿਹੜੀ ਲੀਡਰਸ਼ਿਪ ਹੈ ਉਹਨਾਂ ਦੇ ਵਿੱਚ ਤਵਰਖੇ ਬਹੁਤ ਹੈ। ਅਨਿਲ ਜੋਸ਼ੀ ਜਿਹੜੇ ਆ ਉਹ ਬਾਰ-ਬਾਰ ਇਸ ਗੱਲ ਤੋਂ ਤਕਲੀਫ 'ਚ ਰਹੇ ਨੇ, ਉਹਨਾਂ ਦੇ ਭਰਾ ਦੇ ਉੱਤੇ ਵੀ ਕੇਸ ਪਾਇਆ ਗਿਆ। ਜਿਹੜੀ ਲੋਕਲ ਲੀਡਰਸ਼ਿਪ ਹੈ ਬੀਜੇਪੀ ਦੀ, ਉਹਦੇ ਨਾਲ ਵੀ ਟਕਰਾਅ ਜਿਹੜਾ ਸ਼੍ਰੋਮਣੀ ਅਕਾਲੀ ਦਲ ਦਾ ਜਗ ਜ਼ਾਹਰ ਹੈ। ਤੇ ਸ਼੍ਰੋਮਣੀ ਅਕਾਲੀ ਦਲ ਨੇ ਹੁਣ ਖਡੂਰ ਸਾਹਿਬ ਦੀ ਜ਼ਿਮਨੀ ਚੋਣ ਵੀ ਜਿੱਤ ਲਈ ਹੈ। ਖਡੂਰ ਸਾਹਿਬ ਦੀ ਜ਼ਿਮਨੀ ਚੋਣ 'ਚ ਜਾਂਦਿਆਂ ਹੋਇਆ ਰਵਿੰਦਰ ਸਿੰਘ ਬ੍ਰਹਮਪੁਰਾ ਨੇ ਇੱਕ ਦੋ ਸਟੇਜਾਂ ਤੇ ਇਹ ਗੱਲ ਕਹੀ ਸੀ ਵੀ ਸਾਨੂੰ ਜਿਤਾਓ ਤਾਂ ਜੋ ਸਾਨੂੰ ਕਿਸੇ ਵਿਸਾਖੀਆਂ ਦੀ ਸਰਕਾਰ ਚਲਾਉਣ ਲਈ ਲੋੜ ਨਾ ਪਵੇ। ਉਹਦਾ ਭਾਵ ਇਹ ਸੀ ਬੀਜੇਪੀ ਦੀ ਲੋੜ ਖਤਮ ਹੋ ਜਾਏ। ਪਹਿਲਾਂ ਵੀ ਅਕਾਲੀ ਦਲ ਨੇ ਇਸੇ ਤਰ੍ਹਾਂ 2 ਜ਼ਿਮਨੀ ਚੋਣਾਂ ਜਿੱਤੀਆਂ ਤੇ ਆਪਣੇ ਆਪ ਨੂੰ ਬਹੁਮਤ 'ਚ ਲਿਆਉਣ ਵਾਸਤੇ ਉਹਨਾਂ ਨੇ ਕਾਂਗਰਸ ਦੇ 2 MLA ਵੀ ਤੋੜੇ। ਇਹ ਸਾਰੀਆਂ ਜਿਹੜੀਆਂ ਘਟਨਾਵਾਂ ਆ ਇਹ ਦੱਸਦੀਆਂ ਕਿ ਅਕਾਲੀ ਦਲ ਨੂੰ ਵੀ ਇਸ ਗੱਲ ਦਾ ਇਲਮ ਹੈ ਵੀ ਕੱਲ ਨੂੰ ਬੀਜੇਪੀ ਸਾਨੂੰ ਛੱਡ ਕੇ ਜਾ ਸਕਦੀ ਹੈ ਤਾਂ ਫਿਰ ਸਰਕਾਰ ਵਾਸਤੇ ਲੋੜੀਂਦਾ ਬਹੁਮਤ ਉਹਨਾਂ ਕੋਲ ਹੋਣਾ ਚਾਹੀਦਾ। ਦੂਜੀ ਗੱਲ ਇਹ ਹੈ ਕਿ ਬੀਜੇਪੀ ਜਿਹੜੀ ਹਾਲੇ ਖੁੱਲ ਕੇ ਤਾਂ ਨਹੀਂ ਗੱਲ ਕਰ ਰਹੀ ਕਿਉਂਕਿ ਪੰਜਾਬ ਦੇ ਵਿੱਚ 5 ਸੀਟਾਂ ਜਿਹੜੀਆਂ ਰਾਜ ਸਭਾ ਦੀਆਂ ਖਾਲੀ ਹੋ ਰਹੀਆਂ ਅਪ੍ਰੈਲ ਦੇ ਵਿੱਚ, ਉਹਦੇ 'ਚ ਇੱਕ ਸੀਟ ਬੀਜੇਪੀ ਦੀ ਅਵਿਨਾਸ਼ ਰਾਏ ਖੰਨੇ ਦੀ, ਉਹਨਾਂ ਦੇ ਸੇਵਾ ਮੁਕਤ ਹੋ ਜਾਣਾ ਤੇ ਉਹਦੀ ਥਾਂ ਤੇ ਬੀਜੇਪੀ ਦਾ ਇੱਕ ਬੰਦਾ ਹੋਰ ਜਿਹੜਾ ਰਿਆਸਤ ਹੋਣਾ ਰਾਜ ਸਭਾ ਦਾ ਮੈਂਬਰ। ਤੇ ਬੀਜੇਪੀ ਜੇ ਅੱਜ ਰਿਸ਼ਤਾ ਤੋੜ ਦੇਵੇ ਅਕਾਲੀਆਂ ਨਾਲੋਂ ਤਾਂ ਫਿਰ ਰਾਜ ਸਭਾ ਦੀ ਸੀਟ ਉਹਦੇ ਹੱਥੋਂ ਚਲੀ ਜਾਂਦੀ ਹੈ। ਉਹ ਰਾਜ ਸਭਾ ਦੀ ਇੱਕ ਸੀਟ ਹਾਸਲ ਕਰਨ ਵਾਸਤੇ ਅਪ੍ਰੈਲ ਤੱਕ ਬੀਜੇਪੀ ਵੇਟ ਕਰ ਰਹੀ ਹੈ ਤਾਂ ਜੋ ਅਕਾਲੀ ਦਲ ਦੀ ਸਪੋਰਟ ਦੇ ਨਾਲ ਇੱਕ ਸੀਟ ਜਿਹੜੀ ਆਪਣੀ ਹਾਸਲ ਕੀਤੀ ਜਾ ਸਕੇ ਰਾਜ ਸਭਾ ਦੇ ਵਿੱਚ। ਇਸ ਕਰਕੇ ਹਾਲ ਫਿਲਹਾਲ ਬਿਲਕੁਲ ਸਪਸ਼ਟ ਤੌਰ ਦੇ ਉੱਤੇ ਬੀਜੇਪੀ ਦੀ ਲੀਡਰਸ਼ਿਪ ਇਹ ਕਹਿਣ ਦੀ ਸਥਿਤੀ 'ਚ ਨਹੀਂ ਹੈ ਕਿ ਸਾਡਾ ਗੱਠਜੋੜ ਜਿਹੜਾ ਆ ਇੰਨੀਆਂ ਸੀਟਾਂ ਦੇ ਉੱਤੇ ਮੁਕੰਮਲ ਜਿਹੜਾ ਆ ਉਹ ਹੋ ਚੁੱਕਾ ਹੈ, ਇਹਦੇ 'ਚ ਹੁਣ ਕਿਸੇ ਚਰਚਾ ਦੀ ਜ਼ਰੂਰਤ ਨਹੀਂ ਹੈ। ਇਸੇ ਕਰਕੇ ਬਾਰ-ਬਾਰ 10 ਦਿਨਾਂ ਦੇ ਵਿੱਚ 3 ਮੀਟਿੰਗਾਂ ਜਿਹੜੀਆਂ ਕਰਨੀਆਂ ਪਈਆਂ ਅਕਾਲੀ ਲੀਡਰਸ਼ਿਪ ਤੇ ਬੀਜੇਪੀ ਲੀਡਰਸ਼ਿਪ ਨੂੰ। ਅਤੇ ਜੇ ਅੱਗੇ ਵੋਟਾਂ ਦੀ ਰਾਜਨੀਤੀ ਦੀ ਗੱਲ ਕਰੀਏ ਤਾਂ ਜਿਸ ਤਰ੍ਹਾਂ ਕਾਂਗਰਸ ਦੇ ਵਿੱਚ ਅਮਰਿੰਦਰ ਸਿੰਘ ਨੇ ਮੀਟਿੰਗਾਂ ਸ਼ੁਰੂ ਕਰ ਦਿੱਤੀਆਂ, ਉਹਨਾਂ ਨੇ ਦਲਿਤ ਕਮਿਊਨਿਟੀ ਦੇ ਨਾਲ ਵੀ ਜਿਹੜੀ ਆ ਮੀਟਿੰਗ ਕੀਤੀ ਆ ਤੇ ਉਹਨਾਂ ਨੂੰ ਵੀ ਬੜੇ ਸਬਕ ਜਵਾਬ ਦਿਖਾਇਆ, ਪਰ ਉਹਨਾਂ ਨੇ ਕਾਂਗਰਸ ਤੋਂ ਪਾਰਟੀ ਦੇ ਵਿੱਚ 35% ਜਿਹੜੀ ਆ ਹਿੱਸੇਦਾਰੀ ਉਹ ਮੰਗ ਲਈ ਆ। ਦੇਖੋ ਸਾਫ਼ ਦੀ ਗੱਲ ਹੈ ਵੀ ਪੰਜਾਬ ਦੇ ਵਿੱਚ ਕਾਂਗਰਸ ਪਾਰਟੀ ਇੱਕ ਮਜ਼ਬੂਤ ਧਿਰ ਰਹੀ ਹੈ। ਇਸ ਗੱਲ ਦੇ ਬਾਵਜੂਦ ਵੀ ਕਿ ਪੰਜਾਬ ਦੇ ਵਿੱਚ ਬਹੁਜਨ ਸਮਾਜ ਪਾਰਟੀ ਕਿਸੇ ਵੇਲੇ ਬਹੁਤ ਤਕੜੀ ਸਿਚੁਏਸ਼ਨ ਆਪਣੀ ਉਹਨਾਂ ਨੇ ਬਣਾ ਲਈ ਸੀ ਤੇ ਖਾਸ ਤੌਰ ਤੇ ਦੁਆਬੇ ਦੇ ਵਿੱਚ ਦਲਿਤ ਵੋਟ ਜਿਹੜਾ ਕਾਂਗਰਸ ਪਾਰਟੀ ਦੀ ਝੋਲੀ 'ਚ ਅਕਸਰ ਪੈਂਦਾ ਸੀ ਤੇ ਉਹ ਦਲਿਤ ਵੋਟ ਸਾਰਾ ਖਿਸਕ ਗਿਆ, BSP ਚਲਾ ਗਿਆ। ਉਹਦੇ ਬਾਵਜੂਦ ਕਾਂਗਰਸ ਪਾਰਟੀ ਇਕੱਲੇ ਤੌਰ ਤੇ ਵੀ ਚੋਣ ਲੜ ਕੇ ਸੱਤਾ 'ਚ ਆਉਂਦੀ ਰਹੀ ਹੈ। ਮੁਕਾਬਲੇ 'ਚ ਅਕਾਲੀ ਦਲ ਨੂੰ ਹਮੇਸ਼ਾ ਹੀ ਕਦੇ ਜਨਸੰਘ ਦਾ ਸਾਥ ਰਿਹਾ ਜਾਂ ਫਿਰ ਜਨਸੰਘ ਤੋਂ ਬਾਅਦ ਜਿੱਦਾਂ ਭਾਰਤੀ ਜਨਤਾ ਪਾਰਟੀ ਹੋਣ ਚਾਹੇ ਤੇ BJP ਦੇ ਨਾਲ ਗੱਠਜੋੜ ਬਣਾਉਣਾ ਪਿਆ ਅਕਾਲੀ ਦਲ ਨੂੰ। ਯਾਨੀ ਕਾਂਗਰਸ ਦਾ ਇੱਕ ਵੱਡਾ
ਜਿਹੜਾ ਜਨ ਆਧਾਰ ਰਿਹਾ ਪੰਜਾਬ ਦੇ ਵਿੱਚ, ਪਰ BSP ਦੇ ਹੋਂਦ ਵਿੱਚ ਆਉਣ ਤੋਂ ਬਾਅਦ ਉਹ ਜਨ ਆਧਾਰ ਖਿਸਕ ਗਿਆ। ਪਿਛਲੇ ਸਮੇਂ ਦੇ ਵਿੱਚ ਜਿਸ ਤਰ੍ਹਾਂ ਨਵੀਆਂ ਸਿਚੁਏਸ਼ਨ ਡਿਵੈਲਪ ਹੋਈਆਂ ਪੰਜਾਬ 'ਚ, ਆਮ ਆਦਮੀ ਪਾਰਟੀ ਦੀ ਆਮਦ ਹੋਈ ਖਾਸ ਚੋਣਾਂ ਦੇ ਵਿੱਚ, ਜਿੱਦਾਂ ਆਮ ਆਦਮੀ ਪਾਰਟੀ ਨੇ 4 ਸੀਟਾਂ ਜਿੱਤ ਲਈਆਂ, ਉਹਨੇ ਕਾਂਗਰਸ ਪਾਰਟੀ ਵਾਸਤੇ ਇੱਕ ਨਵੀਂ ਚਿੰਤਾ ਪੈਦਾ ਕਰ ਦਿੱਤੀ, ਕਿਉਂਕਿ ਕਾਂਗਰਸ ਪਾਰਟੀ ਦਾ ਜਿਹੜਾ ਸਧਾਰਨ ਹੇਠਲਾ ਵੋਟਰ ਸੀਗਾ ਉਹ ਜ਼ਿਆਦਾ ਗਿਣਤੀ ਦੇ ਵਿੱਚ ਆਮ ਆਦਮੀ ਪਾਰਟੀ ਨਾਲ ਜੁੜਿਆ। ਇਸ ਕਰਕੇ ਕਾਂਗਰਸ ਹੁਣ ਆਪਣੇ ਆਪ ਨੂੰ ਏਦਾਂ ਫੀਲ ਕਰ ਰਹੀ ਹੈ ਕਿ ਜੇ ਹੁਣ ਉਹਨਾਂ ਨੇ ਦਲਿਤ ਜਿਹੜਾ ਵੋਟਰ ਹੈ ਉਹਨੂੰ ਮੁਖਾਤਬ ਨਾ ਉਹਨੂੰ ਹੋਏ ਤਾਂ ਫਿਰ ਆਮ ਆਦਮੀ ਪਾਰਟੀ ਉਹਨਾਂ ਨੂੰ ਜ਼ਿਆਦਾ ਨੁਕਸਾਨ ਪਹੁੰਚਾ ਸਕਦੀ ਹੈ। ਇਸੇ ਕਰਕੇ ਬਹੁਜਨ ਸਮਾਜ ਪਾਰਟੀ ਦੇ ਨਾਲ ਵੀ ਤਾਲਮੇਲ ਦੀਆਂ ਗੱਲਾਂ ਚੱਲ ਰਹੀਆਂ। ਉੱਤਰ ਪ੍ਰਦੇਸ਼ ਕਾਂਗਰਸ ਪਾਰਟੀ DSP ਦਾ ਸਮਝੌਤਾ ਕਰਾਉਣ ਦੀ ਵੀ ਚਰਚਾ ਚੱਲ ਰਹੀ ਹੈ, ਉੱਥੇ ਡਾਇਲੋਗ ਵੀ ਚੱਲ ਰਿਹਾ ਹੈ। ਜੇ ਉੱਤਰ ਪ੍ਰਦੇਸ਼ 'ਚ ਹੋ ਗਿਆ ਤੇ ਪੰਜਾਬ ਦੇ ਵਿੱਚ ਵੀ ਕੋਸ਼ਿਸ਼ ਕਰਨਗੇ ਕਿ BSP ਇਕੱਲੀ ਨਾ ਚੋਣ ਜਾਵੇ, ਕਾਂਗਰਸ ਦੇ ਨਾਲ ਕੋਈ ਸੀਟਾਂ ਦਾ ਤਾਲਮੇਲ ਬਣੇ। ਇੱਕ ਗੱਲ ਤਾਂ ਇਹ ਕਰ ਰਹੇ ਹੋ। ਦੂਜੀ ਗੱਲ, ਜਿਹੜਾ ਕਾਂਗਰਸ ਪਾਰਟੀ ਦੇ ਅੰਦਰ ਹੀ ਇਸ ਵੇਲੇ ਦਲਿਤ ਵਰਗ ਹੈ ਜਾਂ ਦਲਿਤ ਲੀਡਰਸ਼ਿਪ ਹੈ, ਉਹਨੂੰ ਕਿੱਦਾਂ ਇਕਜੁੱਟ ਕੀਤਾ ਜਾਏ, ਇਹ ਕੈਪਟਨ ਅਮਰਿੰਦਰ ਵਾਸਤੇ ਬਹੁਤ ਵੱਡਾ ਇਸ ਵੇਲੇ ਮਸਲਾ ਬਣਿਆ ਹੈ। ਕਿਉਂਕਿ ਪੰਜਾਬ ਦੇ ਵਿੱਚ 34 ਰਿਜ਼ਰਵ ਸੀਟਾਂ ਹੈ ਜਿਹਦੇ 'ਚ ਦਲਿਤ ਜਾਂ ਪਛੜੇ ਵਰਗ ਦੇ ਲੋਕਾਂ ਨੇ ਜਿਹੜੀ ਚੋਣ ਲੜਨੀ ਹੈ। ਪਿਛਲੀ ਵਾਰ ਉਹਨਾਂ 34 ਦੇ ਵਿੱਚੋਂ ਕਾਂਗਰਸ ਪਾਰਟੀ ਜਿਹੜੀ ਸਿਰਫ 9 ਸੀਟਾਂ ਜਿੱਤ ਸਕੀ ਸੀ। 25 ਸੀਟਾਂ ਦੇ ਉੱਤੇ ਅਕਾਲੀ ਦਲ ਨੇ ਕਬਜ਼ਾ ਕਰ ਲਿਆ ਸੀ, BJP ਨੇ ਕਬਜ਼ਾ ਕਰ ਲਿਆ ਸੀ। ਹੁਣ ਇਹ ਵੱਡਾ ਇਸ ਵੇਲੇ ਸੰਕਟ ਹੈ। ਇਸੇ ਕਰਕੇ ਦਲਿਤ ਸੰਮੇਲਨ ਕਰਵਾਇਆ ਗਿਆ ਲੁਧਿਆਣੇ 'ਚ, ਪਰ ਦਲਿਤ ਸੰਮੇਲਨ ਦੇ ਵਿੱਚ ਜਿਹੜੇ ਲੋਕ ਆਏ ਵੱਖ-ਵੱਖ ਜ਼ਿਲ੍ਹਿਆਂ ਤੋਂ 15 ਡੈਲੀਗੇਟ, ਉਹਨਾਂ ਨੇ ਇੱਕ ਸੁਰ ਦੇ ਵਿੱਚ ਇਹ ਗੱਲ ਰੱਖੀ ਉੱਥੇ ਕਿ ਸਾਨੂੰ ਪਾਰਟੀ ਦੇ ਵਿੱਚ ਹਿੱਸੇਦਾਰੀ ਚਾਹੀਦੀ ਹੈ, ਬਰਾਬਰ ਦੀ ਹਿੱਸੇਦਾਰੀ ਭਾਵੇਂ ਨਾ ਵੀ ਹੋਵੇ, 35% ਹਿੱਸੇਦਾਰੀ ਤਾਂ ਚਾਹੀਦੀ। ਹੁਣ ਇਹਦਾ ਭਰੋਸਾ ਕੈਪਟਨ ਨੇ ਵੀ ਦਿੱਤਾ ਤੇ ਹਾਈਕਮਾਨ ਵੀ ਸ਼ਾਇਦ ਉਹਨੂੰ ਭਰੋਸਾ ਦੇਣਾ ਪਏਗਾ ਵੀ ਜੇ ਦਲਿਤ ਵੋਟ ਨੂੰ ਆਪਣੇ ਨਾਲ ਰੱਖਣਾ ਕਾਂਗਰਸ ਨੇ ਤੇ ਉਹਨੂੰ ਪਾਰਟੀ ਦੇ ਅੰਦਰਲਾ ਜਿਹੜਾ ਦਲਿਤ ਵਰਗ ਹੈ ਜਾਂ ਦਲਿਤ ਵੋਟਰ ਹੈ ਜਾਂ ਦਲਿਤ ਲੀਡਰ ਹੈ ਉਹਨੂੰ ਸੰਤੁਸ਼ਟ ਕਰਨਾ ਪਏਗਾ। ਸੋ ਇਸ ਨੀਤੀ ਦੇ ਉੱਤੇ ਆਉਣ ਵਾਲੇ ਦਿਨਾਂ ਦੇ ਵਿੱਚ ਕਾਂਗਰਸ ਪਾਰਟੀ ਦਾ ਚੱਲਣਾ ਜਿਹੜਾ ਆ ਉਹਦੀ ਇੱਕ ਮਜਬੂਰੀ ਬਣਨ ਵਾਲਾ ਦਿਖਾਈ ਦੇ ਰਿਹਾ ਜੀ। ਅੱਛਾ ਜੀ, ਜੇ ਅਗਲੀ ਗੱਲ ਕਰੀਏ JNU ਦੀ, ਜਿਹੜਾ ਉਹਨਾਂ ਦਾ ਵਿਵਾਦ ਆ ਬਹੁਤ ਜ਼ਿਆਦਾ ਭਖ ਗਿਆ ਆ, ਕੀ ਨਤੀਜੇ ਨਿਕਲ ਸਕਦੇ ਇਸ ਦੇ? ਦੇਖੋ, ਦੇਸ਼ ਦੇ ਵਿੱਚ ਜਦੋਂ ਤੋਂ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਬਣੀ, ਨਰਿੰਦਰ ਮੋਦੀ ਦੀ ਸਰਕਾਰ ਬਣੀ ਹੈ, ਖਤਰੇ ਜਿਹੜੇ ਆ ਖਾਸ ਤੌਰ ਤੇ ਘੱਟ ਗਿਣਤੀਆਂ ਦੀ ਜਿਹੜੇ ਅਧਿਕਾਰ ਨੇ ਉਹਨਾਂ ਦੇ ਉੱਤੇ ਖਤਰੇ ਦੇ ਬੱਦਲ ਮੰਡਰਾਉਣ ਲੱਗੇ ਨੇ। ਤੇ ਜਿਹੜੇ ਵੀ ਲੋਕ, ਚਾਹੇ ਉਹ ਪੋਲੀਟੀਕਲ ਪਾਰਟੀਆਂ ਦੇ ਲੋਕ ਹੋਣ ਜਾਂ ਵੱਖ-ਵੱਖ ਜਥੇਬੰਦੀਆਂ, ਨੌਜਵਾਨਾਂ 'ਚ ਕੰਮ ਕਰਦੀਆਂ, ਵਿਦਿਆਰਥੀਆਂ 'ਚ, ਜਿਹੜੇ ਵੀ ਲੋਕ ਦੇਸ਼ ਹਿੱਤ ਦੀ ਗੱਲ ਕਰਦੇ ਆ ਤੇ ਦੇਸ਼ ਦਾ ਜਿਹੜਾ ਮਲਟੀਕਲਚਰਡ ਜਿਹੜਾ ਸਾਡਾ ਪੂਰੇ ਦਾ ਪੂਰਾ ਸਾਡਾ ਏਜੰਡਾ ਹੈ ਉਹਨੂੰ ਫਾਲੋ ਕਰਦੇ ਆ, ਉਹਦੇ 'ਤੇ ਇੱਕ ਹਮਲਾ ਜਿਹੜਾ ਆ ਭਾਰਤ ਦੇ ਵਿੱਚ ਹੁੰਦਾ ਦਿਖਾਈ ਦੇ ਰਿਹਾ। ਜਾਂ ਖਾਸ ਤੌਰ 'ਤੇ ਪ੍ਰੋਗਰੈਸਿਵ ਕਿਸਮ ਦੀ ਗੱਲ ਕਰਨ ਵਾਲੇ ਜਿਹੜੇ ਲੋਕ ਆ ਟਾਰਗੇਟ 'ਤੇ ਆ, ਚਾਹੇ ਜਿਹੜੇ ਬੰਦੇ ਤਰਕ ਨਾਲ ਗੱਲ ਕਰਦੇ ਆ। ਉਹ ਘਟਨਾਵਾਂ ਜਿੱਦਾਂ ਆਪਣੇ ਦੇਸ਼ 'ਚ ਵਾਪਰਨੀਆਂ ਸ਼ੁਰੂ ਹੋਈਆਂ, ਜਿੱਦਾਂ ਕੰਨੜ ਵਿਦਵਾਨ ਕੁਲਵਰਗੀ ਦਾ ਮਰਡਰ ਹੋਇਆ ਤੇ ਪੰਸਾਰੇ ਨਾਂ ਦਾ ਤਰਕਸ਼ੀਲ ਆਗੂ ਉਹਦਾ ਮਰਡਰ ਹੋਇਆ, ਕੁਝ ਹੋਰ ਘਟਨਾਵਾਂ ਵਾਪਰੀਆਂ। ਬੀਫ ਖਾਣ ਦਾ ਜਿਹੜਾ ਇਸ਼ੂ ਬਣਾ ਕੇ ਮੁਹੰਮਦ ਅਖਲਾਕ ਨਾਂ ਦਾ ਇੱਕ ਬੰਦਾ UP ਦੇ ਵਿੱਚ ਮਾਰਿਆ ਗਿਆ। ਸਾਰੇ ਦੇਸ਼ ਨੂੰ ਇੱਕ ਅਜੀਬ ਕਿਸਮ ਦੀ ਹਾਲਤ ਵਿੱਚ ਲਿਆਂਦਾ ਗਿਆ। ਸੋ RSS ਦੀਆਂ ਜਿਹੜੀਆਂ ਪਾਲਿਸੀਜ਼ ਹੈਗੀਆਂ ਹਿੰਦੂ ਰਾਸ਼ਟਰ ਬਣਾਉਣ ਦੀਆਂ ਦੇਸ਼ ਨੂੰ, ਉਹਨੂੰ ਰਾਜਨੀਤਿਕ ਤੌਰ ਦੇ ਉੱਤੇ ਇੱਕ ਏਜੰਡਾ ਬਣਾ ਕੇ ਭਾਰਤੀ ਜਨਤਾ ਪਾਰਟੀ ਦੇ ਲੋਕ ਚੱਲ ਰਹੇ ਆ ਜਾਂ ਭਾਰਤੀ ਜਨਤਾ ਪਾਰਟੀ ਦੇ ਨਾਲ ਸੰਬੰਧਿਤ ਜਥੇਬੰਦੀਆਂ ਚੱਲ ਰਹੀਆਂ, ਉਹਦੇ ਵੱਖ-ਵੱਖ ਝਲਕਾਰੇ ਵੱਖ-ਵੱਖ ਥਾਵਾਂ ਤੇ ਤੁਹਾਨੂੰ ਮਿਲ ਰਿਹਾ, ਜਿਹੜਾ ਵਿਰੋਧ ਵੀ ਤਿੱਖੇ ਰੂਪ ਦੇ ਵਿੱਚ ਸਾਡੇ ਸਾਹਮਣੇ। ਪਿਛਲੇ ਲੰਬੇ ਸਮੇਂ ਚੋਂ ਜਾਂ ਪਿਛਲੇ ਕੁਝ ਮਹੀਨਿਆਂ ਤੋਂ ਤੁਸੀਂ ਦੇਖ ਸਕਦੇ ਹੋ ਕਿ ਇਹ ਸਾਰੀਆਂ ਘਟਨਾਵਾਂ ਵਾਪਰਨ ਦੇ ਨਾਲ ਜਿਹੜੇ ਵਿੱਦਿਆ ਦੇ ਅਦਾਰੇ ਹੈ, ਐਜੂਕੇਸ਼ਨਲ ਇੰਸਟੀਚਿਊਟ ਜਿਹੜੇ ਹੈ, ਉਹਨਾਂ ਨੂੰ ਸਪੈਸ਼ਲੀ ਟਾਰਗੇਟ ਕੀਤਾ ਗਿਆ। ਮਿਸਾਲ ਦੇ ਤੌਰ ਤੇ ਪੂਨੇ ਵਾਲਾ ਜਿਹੜਾ ਫਿਲਮੀ ਅਦਾਰਾ ਆ FTI, ਜਿੱਥੇ ਗਜਿੰਦਰ ਚੌਹਾਨ ਜਿਹੜਾ ਸਧਾਰਨ ਜਿਹਾ ਐਕਟਰ ਹੈ, ਜਿਹੜਾ RSS ਦੀ ਪਸੰਦ ਹੈ ਤੇ BJP ਦਾ ਪਿਛਲੇ 15 ਸਾਲਾਂ ਤੋਂ ਲਗਾਤਾਰ ਉਹ ਐਕਟਿਵ ਵਰਕਰ ਬਣਿਆ ਹੋਇਆ, ਤੇ ਉਹਨੂੰ ਬਕਾਇਦਾ ਉੱਥੇ ਡਾਇਰੈਕਟਰ ਲਾ ਦਿੱਤਾ ਗਿਆ, ਜਿਹਦੇ ਖਿਲਾਫ 7 ਮਹੀਨਿਆਂ ਤੋਂ ਉੱਥੇ ਭੁੱਖ ਹੜਤਾਲ ਤੇ ਬੈਠੇ ਨੇ ਵਿਦਿਆਰਥੀ, ਪਰ ਧੱਕੇ ਨਾਲ ਉਹਨੂੰ ਲਾ ਦਿੱਤਾ ਗਿਆ। ਯਾਨੀ ਉਹ ਜਿਹੜਾ ਫਿਲਮਾਂ ਦਾ ਤੇ ਥੀਏਟਰ ਦਾ ਸਭ ਤੋਂ ਵੱਡਾ ਅਦਾਰਾ ਹੈ, ਉਹਦੇ ਤੇ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਗਈ। ਸਾਡੇ ਸਾਹਮਣੇ ਹੈਦਰਾਬਾਦ ਯੂਨੀਵਰਸਿਟੀ ਦੀ ਘਟਨਾ ਹੈ, ਉੱਥੇ RSS ਜਾਂ ABP ਜਿਹੜੀ ਹੈ, ਭਾਰਤੀ ਜਨਤਾ ਪਾਰਟੀ ਦਾ ਸਟੂਡੈਂਟਸ ਵਿੰਗ ਹੈ, ABVP ਜਿਹਨੂੰ ਅਖਿਲ ਭਾਰਤੀ ਵਿਦਿਆਰਥੀ ਪ੍ਰੀਸ਼ਦ ਆਪਾਂ ਕਹਿੰਦੇ ਹਾਂ, ਉਹਨੇ ਬਕਾਇਦਾ ਟਾਰਗੇਟ ਕੀਤਾ ਅੰਬੇਡਕਰ ਜਿਹੜੀ ਸਟੂਡੈਂਟ ਯੂਨੀਅਨ ਹੈ ਉਹਦੀ ਲੀਡਰਸ਼ਿਪ ਨੂੰ। ਤੇ ਉਸ ਤੋਂ ਬਾਅਦ BJP ਦੇ 2 ਮੰਤਰੀ ਉਹਦੇ ਸ਼ਾਮਲ ਹੋ ਗਏ
ਇਨਵੋਲਵ ਹੋ ਗਏ। ਸਮ੍ਰਿਤੀ ਇਰਾਨੀ ਦਾ ਨਾਂ ਵੀ ਬੋਲਿਆ ਤੇ ਰੋਹਿਤ ਬੇਮੂਲਾ ਨਾਂ ਦੇ ਇੱਕ ਦਲਿਤ ਵਿਦਿਆਰਥੀ ਨੂੰ ਉੱਥੇ ਸੁਸਾਈਡ ਕਰਨਾ ਪਿਆ, ਜਿਹੜਾ ਦੁਨੀਆ ਭਰ 'ਚ ਚਰਚਾ ਦਾ ਵਿਸ਼ਾ ਬਣਿਆ। ਅੱਜ ਉਹਦੀ ਅਗਲੀ ਐਕਸਟੈਂਸ਼ਨ ਤੁਸੀਂ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਦੇਖ ਸਕਦੇ ਹੋ। ਦੇਸ਼ ਦੇ ਖਿਲਾਫ ਕਿਤੇ ਵੀ ਕੋਈ ਨਾਰਾ ਲੱਗਦਾ ਹੈ, ਦੇਸ਼ ਦੇ ਵਿਰੋਧ 'ਚ ਕੋਈ ਗੱਲ ਹੁੰਦੀ ਹੈ, ਅਸੀਂ ਲਾਜ਼ਮੀ ਤੌਰ ਤੇ ਉਹਦੀ ਨਿੰਦਾ ਕਰਨ ਵਾਲਿਆਂ 'ਚ ਸ਼ਾਮਲ ਹੈ। ਜੇ ਕੋਈ ਸਾਡੇ ਦੇਸ਼ ਦੇ ਖਿਲਾਫ ਸਾਡੇ ਦੇਸ਼ ਦੇ ਵਿੱਚ ਨਾਅਰੇਬਾਜ਼ੀ ਕਰੇਗਾ, ਲਾਜ਼ਮੀ ਤੌਰ ਤੇ ਉਹ ਗਲਤ ਹੈ। ਪਰ ਉਹ ਕਿਹੜੇ ਲੋਕ ਨੇ, ਪਛਾਣ ਕਰਨੀ ਚਾਹੀਦੀ ਹੈ ਨਾ। ਉਹਨੂੰ ਬਹਾਨਾ ਬਣਾ ਕੇ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਦੀ ਸਟੂਡੈਂਟਸ ਜਿਹੜੀ ਵਿੰਗ ਹੈ, ਉਹਦਾ ਜਿਹੜਾ ਚੁਣਿਆ ਹੋਇਆ ਪ੍ਰਧਾਨ, ਉਹਨੂੰ ਗ੍ਰਿਫਤਾਰ ਕਰਨਾ। ਅੱਜ ਆ ਗਈ ਹੈ ਜਾਂਚ ਰਿਪੋਰਟ। ਇੱਕ ਜਾਂਚ ਰਿਪੋਰਟ ਇਹ ਆਈ ਹੈ ਜਿਹੜੀ ਗ੍ਰਹਿ ਮੰਤਰਾਲੇ ਨੂੰ ਭੇਜੀ ਹੈ, ਬਕਾਇਦਾ ਖੁਫੀਆ ਰਿਪੋਰਟ। ਉਹਦੇ 'ਚ ਸਾਫ਼ ਤੌਰ ਤੇ ਲਿਖਿਆ ਗਿਆ ਕਿ ਜਿਹੜਾ ਕਨ੍ਹਈਆ ਲਾਲ, ਜਿਹੜਾ ਨੌਜਵਾਨ ਗ੍ਰਿਫਤਾਰ ਕੀਤਾ ਗਿਆ, ਕਨ੍ਹਈਆ ਲਾਲ ਜਿਹੜਾ ਚੁਣਿਆ ਹੋਇਆ ਪ੍ਰੈਜ਼ੀਡੈਂਟ ਹੈ ਉੱਥੇ ਵਿਦਿਆਰਥੀਆਂ ਦਾ, ਸਾਂਝੀ ਵਿਦਿਆਰਥੀ ਫੈਡਰੇਸ਼ਨ ਦਾ ਚੁਣਿਆ ਹੋਇਆ ਪ੍ਰੈਜ਼ੀਡੈਂਟ ਜਿਹੜਾ ਹੈ, ਉਹਨੂੰ ਗ੍ਰਿਫਤਾਰ ਕਰਕੇ ਉੱਤੇ ਦੇਸ਼ ਧਰੋਹ ਦਾ ਕੇਸ ਪਾਇਆ ਗਿਆ। ਤੇ ਰਿਪੋਰਟ 'ਚ ਸਾਫ਼ ਕਰ ਦਿੱਤਾ ਗਿਆ ਕਿ ਉਹਦੇ ਤੇ ਦੇਸ਼ ਧਰੋਹ ਦਾ ਕੇਸ ਜਲਦਬਾਜ਼ੀ 'ਚ ਪਾਇਆ ਗਿਆ। ਉਹਨੇ ਕਿਸੇ ਕਿਸਮ ਦਾ ਕੋਈ ਨਾਅਰਾ ਨਹੀਂ ਲਾਇਆ। ਇਹ ਘਟਨਾ ਦੇ ਵਿੱਚ ਇਹ ਵੀ ਗੱਲ ਆ ਰਹੀ ਹੈ ਕਿ ਨਾਅਰਾ ਲਾਉਣ ਵਾਲੇ ਵੀ, ਸਪੈਸ਼ਲੀ ਬੀਜੇਪੀ ਦੀ ਸਟੂਡੈਂਟਸ ਵਿੰਗ ਦੇ ਜਿਹੜੇ ਸਟੂਡੈਂਟ ਸੀ ਅਖਿਲ ਭਾਰਤੀ ਵਿਦਿਆਰਥੀ ਪਰਿਸ਼ਦ ਦੇ, ਉਹਨਾਂ ਲੋਕਾਂ ਨੇ ਬਕਾਇਦਾ ਨਾਅਰੇ ਜਾ ਕੇ ਉੱਥੇ ਲਾਏ, ਵੀਡੀਓਜ਼ ਵੀ ਆ ਗਈਆਂ ਜੀ। ਤੇ ਉਹ ਬਹਾਨਾ ਬਣਾ ਕੇ ਸਾਜ਼ਿਸ਼ਾਨਾ ਤਰੀਕੇ ਦੇ ਨਾਲ ਉੱਥੋਂ ਦੀ ਜਿਹੜੀ ਪ੍ਰੋਗਰੈਸਿਵ ਮੂਵਮੈਂਟ ਹੈ ਵਿਦਿਆਰਥੀਆਂ ਦੀ, ਉਹਨੂੰ ਟਾਰਗੇਟ ਕੀਤਾ ਗਿਆ। ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਤੇ ਦਿੱਲੀ ਯੂਨੀਵਰਸਿਟੀ, ਦੋ ਯੂਨੀਵਰਸਿਟੀਆਂ ਜਿਹੜੀਆਂ ਦੇਸ਼ ਦੀਆਂ, ਦਿੱਲੀ ਵਾਲੀਆਂ, ਇਹਨਾਂ ਦੋਨਾਂ 'ਚ ਇੱਕ ਵੱਖਰਾ ਕਲਚਰ ਕੰਮ ਕਰਦਾ। ਜਿਹੜੀ ਦਿੱਲੀ ਯੂਨੀਵਰਸਿਟੀ ਹੈ, ਭਾਰਤ ਦੀ ਜਿੰਨੀ ਵੀ ਬੀਜੇਪੀ ਦੀ ਲੀਡਰਸ਼ਿਪ ਜਿਹੜੀ ਟੌਪ ਦੀ ਇਸ ਵੇਲੇ, ਤੇ ਕਾਂਗਰਸ ਦੀ ਲੀਡਰਸ਼ਿਪ ਜਿਹੜੀ ਹੈ, ਉਹ ਦਿੱਲੀ ਯੂਨੀਵਰਸਿਟੀ 'ਚੋਂ ਨਿਕਲੀ ਹੈ। ਕਿਉਂਕਿ ਦਿੱਲੀ ਯੂਨੀਵਰਸਿਟੀ ਦੇ ਵਿੱਚ ਦੋ ਵਿਦਿਆਰਥੀ ਜਥੇਬੰਦੀਆਂ, ਅਖਿਲ ਭਾਰਤੀ ਵਿਦਿਆਰਥੀ ਪਰਿਸ਼ਦ ਤੇ ਕਾਂਗਰਸ ਦਾ ਜਿਹੜਾ ਸਟੂਡੈਂਟਸ ਵਿੰਗ ਹੈ NSUI, ਜਿਹਨੂੰ ਆਪਾਂ ਨੈਸ਼ਨਲ ਸਟੂਡੈਂਟ ਯੂਨੀਅਨ ਆਫ ਇੰਡੀਆ ਕਹਿੰਦੇ ਆ, ਇਹ ਦੋਨੋਂ ਉੱਥੇ ਐਕਟਿਵ ਰਹਿੰਦੇ ਆ ਤੇ ਦੋਨੋਂ ਦਾ ਮੁਕਾਬਲਾ ਸਦਾ ਹੁੰਦਾ। ਅਰੁਣ ਜੇਟਲੀ ਤੋਂ ਲੈ ਕੇ ਵੱਡੀ ਲੀਡਰਸ਼ਿਪ ਜਿੰਨੀ ਵੀ ਹੈ, ਉਹ ਸਾਰੀ ਬੀਜੇਪੀ ਤੇ ਕਾਂਗਰਸ ਦੀ ਜਿਹੜੀ ਆ ਉੱਥੋਂ ਨਿਕਲੀ ਹੈ। ਜਦਕਿ ਲੈਫਟ ਓਰੀਐਂਟਡ ਜਿਹੜੀ ਲੀਡਰਸ਼ਿਪ ਹੈ, ਚਾਹੇ ਉਹ ਸੀਤਾਰਾਮ ਜੈਤਰੀ ਹੈ, ਚਾਹੇ ਪ੍ਰਕਾਸ਼ ਕਰਤ ਹੈ, ਡੀ ਰਾਜਾ, ਇਹ ਲੋਕ ਜਿਹੜੇ ਨਿਕਲੇ ਆ, ਇਹ ਲੋਕ ਜਵਾਹਰ ਲਾਲ ਯੂਨੀਵਰਸਿਟੀ ਨੂੰ ਨਿਕਲੇ ਕਿਉਂਕਿ ਉੱਥੇ ਪ੍ਰੋਗਰੈਸਿਵ ਕਿਸਮ ਦੀ ਡਿਬੇਟ ਚੱਲਦੀ ਹੁੰਦੀ ਹੈ ਕਿ ਉੱਥੇ ਵਿਦਿਆਰਥੀ ਜਥੇਬੰਦੀਆਂ ਜਿਹੜੀਆਂ ਬਹੁਤੀਆਂ ਐਕਟਿਵ ਹੈ, ਆਈਸਾ ਆ, ਆਲ ਇੰਡੀਆ ਸਟੂਡੈਂਟ ਫੈਡਰੇਸ਼ਨ, ਜਾਂ AISF ਆ, ਜਾਂ ਸਟੂਡੈਂਟ ਫੈਡਰੇਸ਼ਨ ਆਫ ਇੰਡੀਆ ਹੈ, ਇਹ ਲੈਫਟ ਓਰੀਐਂਟਡ ਜਿਹੜੀਆਂ ਆ ਜਥੇਬੰਦੀਆਂ। ਹੁਣ ਸਭ ਤੋਂ ਵੱਡੀ ਤਕਲੀਫ ਜਿਹੜੀ RSS ਨੂੰ ਜਾਂ BJP ਨੂੰ ਇਹ ਹੈ ਵੀ ਜਵਾਹਰ ਲਾਲ ਯੂਨੀਵਰਸਿਟੀ ਦੇ ਉੱਤੇ ਪ੍ਰੋਗਰੈਸਿਵ ਕਿਸਮ ਦੀ ਜਿਹੜੀ ਸਟੂਡੈਂਟਸ ਮੂਵਮੈਂਟ ਹੈ, ਉਹਦਾ ਕਬਜ਼ਾ ਕਿਉਂ ਹੈ, ਉਹਨੂੰ ਤੋੜਿਆ ਜਾਏ। ਏਦਾਂ ਹੀ ਯੂਨੀਵਰਸਿਟੀਆਂ ਦੇ ਵਿੱਚ ਦਖਲ, ਯੂਨੀਵਰਸਿਟੀਆਂ ਦੇ ਵਿੱਚ BCO ਲੋਕ ਲਾਏ ਜਾ ਰਹੇ ਆ ਜਿਹੜੇ RSS ਦੇ ਪ੍ਰਚਾਰਕ ਹੈ। ਇਸੇ ਯੂਨੀਵਰਸਿਟੀ, ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਦੇ ਵਿੱਚ ਉਹ ਜਿਹੜਾ ਸੁਬਰਾਮਣੀਅਨ ਸਵਾਮੀ ਹੈ, ਉਹਨੂੰ VC ਲਾਉਣ ਦੀਆਂ ਗੱਲਾਂ ਹੋ ਰਹੀਆਂ ਸੀ। ਉਹਨੇ ਕਿਹਾ ਵੀ ਪਹਿਲਾਂ ਇੱਥੋਂ ਲੈਫਟ ਜਿਹੜਾ ਆ, ਜਿਹੜੀਆਂ ਖੱਬੀਆਂ ਪਾਰਟੀਆਂ ਨਾਲ ਰਿਲੇਟਡ ਕੁਝ ਐਲੀਮੈਂਟ ਆ, ਪਹਿਲਾਂ ਉਹਨੂੰ ਇੱਥੋਂ ਦਫਾ ਕਰੋ, ਫਿਰ ਮੈਂ ਉੱਥੇ VC ਬਣੂੰਗਾ। ਮਤਲਬ ਤੁਸੀਂ ਟਾਰਗੇਟ ਕਰਦੇ ਹੋ, ਸਪੈਸ਼ਲੀ ਕਿਤੇ ਤੁਸੀਂ ਦਲਿਤਾਂ ਨੂੰ ਟਾਰਗੇਟ ਕਰਦੇ ਹੋ, ਹੈਦਰਾਬਾਦ ਯੂਨੀਵਰਸਿਟੀ ਦਾ ਮਾਮਲਾ, ਕਿਤੇ ਤੁਸੀਂ ਧਰਮ ਦੇ ਤੌਰ ਦੇ ਉੱਤੇ ਇੱਕ ਫਿਰਕੂ ਫਸਾਦ ਕਰਵਾਉਂਦੇ ਹੋ, ਯਾਨੀ ਕਿਤੇ ਤੁਸੀਂ ਸਿੱਖਾਂ ਨੂੰ ਟਾਰਗੇਟ ਕਰਦੇ ਹੋ, ਕਿਤੇ ਮੁਸਲਮਾਨਾਂ ਨੂੰ ਟਾਰਗੇਟ ਕਰਦੇ ਹੋ, ਕਿਤੇ ਈਸਾਈਆਂ ਨੂੰ ਟਾਰਗੇਟ ਕਰਦੇ ਹੋ, ਕਿਤੇ ਦਲਿਤਾਂ ਨੂੰ ਟਾਰਗੇਟ ਕਰਦੇ ਹੋ, ਤੇ ਕਿਤੇ ਕਮਿਊਨਿਸਟਾਂ ਨੂੰ ਟਾਰਗੇਟ ਕਰਦੇ ਹੋ, ਤੇ ਲਾਜ਼ਮੀ ਤੌਰ ਦੇ ਉੱਤੇ ਉਹਦੇ ਖਿਲਾਫ ਤਾਂ ਆਵਾਜ਼ ਆਉਣੀ ਹੈ। ਤੇ ਅੱਜ ਜਵਾਹਰ ਲਾਲ ਯੂਨੀਵਰਸਿਟੀ ਦੇ ਮਸਲੇ ਦੇ ਉੱਤੇ 40 ਸੈਂਟਰਲ ਯੂਨੀਵਰਸਿਟੀਆਂ ਨੇ, ਉਹਨਾਂ ਦੀ ਜਿਹੜੀਆਂ ਅਧਿਆਪਕ ਫੈਡਰੇਸ਼ਨ ਹੈ, ਉਹਨਾਂ ਨੇ ਸਟ੍ਰਾਈਕ ਕਰ ਦਿੱਤੀ ਹੈ। ਮੇਰੇ ਕੋਲ ਏਦਾਂ ਦੀ ਖਬਰ ਆਈ ਆ, ਹੁਣੇ ਮੈਂ ਦੇਖ ਰਿਹਾ ਸੀ, ਮਤਲਬ JNU ਦਾ ਜਿਹੜਾ ਇਹ ਮਾਮਲਾ ਹੈ, ਹਾਰਵਰਡ ਯੂਨੀਵਰਸਿਟੀ ਤੁਹਾਡੀ ਅਮਰੀਕਾ ਵਾਲੀ, ਹਾਰਵਰਡ ਯੂਨੀਵਰਸਿਟੀ, ਕੈਂਬਰਿਜ ਯੂਨੀਵਰਸਿਟੀ, ਯੇਲ ਯੂਨੀਵਰਸਿਟੀ, 400 ਤੋਂ ਜ਼ਿਆਦਾ ਜਿਹੜੀਆਂ ਦੁਨੀਆ ਭਰ ਦੀਆਂ ਯੂਨੀਵਰਸਿਟੀਆਂ ਨੇ ਸਪੋਰਟ ਕੀਤਾ JNU ਨੂੰ। ਇਹ ਸਾਡੀ ਸਰਕਾਰ ਨੂੰ, ਦੇਸ਼ ਦੀ ਸਰਕਾਰ ਨੂੰ, ਨਰਿੰਦਰ ਮੋਦੀ ਦੀ ਸਰਕਾਰ ਨੂੰ ਪਤਾ ਨਹੀਂ ਕਦੋਂ ਸਮਝ ਆਉਣੀ ਹੈ ਵੀ ਤੁਸੀਂ ਦੇਸ਼ ਤੋਂ ਬਾਹਰ ਜਾ ਕੇ 50,000 ਦੇ ਜਿਹੜੇ ਹਿੰਦੁਸਤਾਨੀ ਦੇ ਇਕੱਠ ਕਰਕੇ ਉੱਥੇ ਦਾਅਵੇ ਕਰਕੇ ਆ ਜਾਂਦੇ ਹੋ, ਪਰ ਦੁਨੀਆ ਤੁਹਾਨੂੰ ਕਿੱਦਾਂ ਸਮਝ ਰਹੀ ਹੈ, ਕਿੱਦਾਂ ਦੇਖ ਰਹੀ ਹੈ। ਇਹ 400 ਯੂਨੀਵਰਸਿਟੀਆਂ ਜਿਹੜੀਆਂ ਆ, ਉਹਨਾਂ ਦੀ ਹਮਾਇਤ ਹੋਣੀ JNU ਦੇ ਮਾਮਲੇ ਦੇ ਵਿੱਚ, JNU ਦੇ ਜਿਹੜੇ ਲੋਕ ਸਟਰਗਲ ਕਰ ਰਹੇ ਆ, ਇਹ ਭਾਰਤ ਦੀ ਸਰਕਾਰ ਨੂੰ ਅੱਜ ਗੱਲ ਸਮਝ ਲੈਣੀ ਚਾਹੀਦੀ ਹੈ ਕਿ ਦੁਨੀਆ 'ਚ ਸਾਡਾ ਅਕਸ ਕੀ ਬਣਾ ਰਹੀ ਹੈ ਸਰਕਾਰ, ਤੇ ਇਹਦੇ ਨਾਲ ਸੰਬੰਧਿਤ ਜਥੇਬੰਦੀਆਂ ਜੀ। ਅਜੀ ਤੇ ਅਖੀਰ ਦੇ ਵਿੱਚ ਮੇਰਾ ਸਵਾਲ ਆ ਕਿ ਜਿਹੜੇ ਸਿੱਖਾਂ ਬਾਰੇ ਚੁਟਕਲੇ ਬਣੇ ਜਾਂਦੇ ਸੀਗੇ, ਸੁਪਰੀਮ ਕੋਰਟ ਨੇ ਉਸ ਦੇ ਲਈ ਦਿਸ਼ਾ ਨਿਰਦੇਸ਼ ਮੰਗੇ ਆ ਕਿ ਉਸ ਦਾ ਖਰੜਾ ਕਿਸ ਤਰ੍ਹਾਂ ਦਾ ਹੋਊਗਾ, ਉਹਦੀਆਂ ਗਾਈਡਲਾਈਨਸ ਕੀ ਹੋਣਗੀਆਂ? ਦੇਖੋ, ਮੈਂ ਜਿੱਦਾਂ ਹੁਣੇ ਆਪਾਂ ਗੱਲ ਕਰਦੇ ਹਟੇ ਆ, ਧਰਮ ਜਿਹੜਾ ਆ
ਬਿਲਕੁਲ ਨਿੱਜੀ ਮਾਮਲਾ, ਬਿਲਕੁਲ ਨਿੱਜੀ ਮਾਮਲਾ। ਮੇਰਾ ਧਾਰਮਿਕ ਅਕੀਦਾ ਕੀ ਹੈ, ਮੈਂ ਕਿਸ ਸਮੂਹ ਦੇ ਨਾਲ ਸੰਬੰਧ ਰੱਖਦਾ, ਮੈਂ ਆਪਣੀ ਧਾਰਮਿਕ ਜਿਹੜੇ ਕਾਰਜ ਹੈ ਉਹਦਾ ਕਰਨ ਦਾ ਮੇਰਾ ਤਰੀਕਾ ਕੀ ਹੈ। ਮੇਰਾ ਤਰੀਕਾ ਆ, ਕਿਸੇ ਨੂੰ ਕੋਈ ਰਾਈਟ ਨਹੀਂ ਹੈ, ਈਵਨ ਤੁਹਾਡੇ ਪਰਿਵਾਰ ਦੇ ਵਿੱਚ ਵੀ ਮੇਰੇ ਬੇਟੇ ਨੂੰ, ਮੇਰੀ ਪਤਨੀ ਨੂੰ ਕੋਈ ਰਾਈਟ ਨਹੀਂ ਹੋਣਾ ਚਾਹੀਦਾ, ਨਾ ਹੀ ਹੈ ਕਿ ਮੇਰੇ ਧਰਮ ਦੇ ਵਿੱਚ ਉਹ ਦਖਲ ਦੇਣ। ਨਾ ਮੇਰਾ ਕੋਈ ਰਾਈਟ ਬਣਦਾ ਹੈ ਕਿ ਮੈਂ ਆਪਣੇ ਬੱਚਿਆਂ ਨੂੰ ਇੱਦਾਂ ਟੀਚ ਕਰਾਂ ਵੀ ਹਾਂ ਤੁਸੀਂ ਆਹ ਕਰਨਾ, ਆਹ ਨਹੀਂ ਕਰਨਾ। ਤੇ ਨਾਲ ਦੀ ਨਾਲ ਇਹ ਹੈ ਵੀ ਤੁਸੀਂ ਜਿਹੜੇ ਦੁਨੀਆ ਭਰ ਦੇ ਵਿੱਚ ਵੱਖ-ਵੱਖ ਨਸਲਾਂ ਦੇ ਲੋਕ ਰਹਿੰਦੇ ਨੇ, ਵੱਖ-ਵੱਖ ਧਰਤੀਆਂ ਨੇ, ਵੱਖ-ਵੱਖ ਧਰਮ ਨੇ, ਜ਼ਾਤਾਂ ਨੇ, ਹਰੇਕ ਬੰਦੇ ਦਾ ਆਪੋ ਆਪਣਾ ਜੀਵਨ ਦਾ ਨਜ਼ਰੀਆ ਆ, ਉਹਨਾਂ ਦਾ ਆਪੋ ਆਪਣਾ ਧਰਮ, ਆਪੋ ਆਪਣੀ ਕਹਿ ਲਓ ਵੀ ਆਪਣੇ ਆਪਣੇ ਸਮੂਹ ਦੇ ਵਿੱਚ ਉਹ ਰਹਿੰਦੇ ਨੇ। ਤੇ ਜਦੋਂ ਤੁਸੀਂ ਟਾਰਗੇਟ ਕਰਦੇ ਹੋ ਵੱਖਰੇ ਵੱਖਰੇ ਤਰੀਕਿਆਂ ਦੇ ਨਾਲ, ਤੇ ਤਕਲੀਫ ਤਾਂ ਲਾਜ਼ਮੀ ਤੌਰ ਤੇ ਹੁੰਦੀ ਹੈ। ਵੱਖ-ਵੱਖ ਧਰਮਾਂ ਨੂੰ ਟਾਰਗੇਟ ਕਰਕੇ ਲਤੀਫਾਗਿਰੀ ਜਿਹੜੀ ਹੁੰਦੀ ਹੈ ਉਹ ਤਕਲੀਫ ਦੇਣ ਵਾਲੀ ਹੁੰਦੀ ਲਾਜ਼ਮੀ ਤੌਰ ਦੇ ਉੱਤੇ। ਲਤੀਫਾ ਇਸ ਕੰਮ ਲਈ ਥੋੜ੍ਹਾ ਬਣਿਆ, ਲਤੀਫਾ ਇੱਕ ਬਹੁਤ ਹੈਲਦੀ ਕਿਸਮ ਦਾ ਹੋਣਾ ਚਾਹੀਦਾ। ਲਤੀਫਾ ਚੁਟਕਲਾ ਜਿਹਨੂੰ ਤੁਸੀਂ ਕਹਿੰਦੇ ਹੋ ਜਾਂ ਜੋਕ, ਪਰ ਬਦਲਦੀਆਂ ਹੋਈਆਂ ਜਿਹੜੀਆਂ ਟੈਕਨੀਕਸ ਨੇ ਉਹਦੇ ਵਿੱਚ ਪਹਿਲਾਂ ਤਾਂ ਇੱਦਾਂ ਮੂੰਹ ਜ਼ਬਾਨੀ ਜਿਹੜੇ ਇਸ ਤਰ੍ਹਾਂ ਲਤੀਫੇ ਚੱਲਦੇ ਹੁੰਦੇ ਸੀ, ਕਿਸੇ ਦਾ ਮਜ਼ਾਕ ਬਣਾਉਣਾ ਜਿਹੜਾ ਆ, ਖਾਸ ਤੌਰ ਤੇ ਜਾਤੀ ਸੂਚਕ ਚੁਟਕਲੇ ਜਾਂ ਫਿਰਕੂ ਚੁਟਕਲੇ ਜਿਹੜੇ ਆ, ਇਹ ਜਾਂ ਕਮਿਊਨਿਟੀ ਨੂੰ ਟਾਰਗੇਟ ਕਰਕੇ ਜਿਹੜੇ ਚੁਟਕਲੇ ਬਣਾਉਣੇ, ਅੱਗੇ ਜ਼ੁਬਾਨੀ ਚੱਲਦਾ ਸੀ, ਹੁਣ ਸੋਸ਼ਲ ਮੀਡੀਆ ਬਹੁਤ ਜ਼ਿਆਦਾ ਵਿਸਥਾਰ ਕਰ ਗਿਆ, ਤੇ ਫੇਸਬੁੱਕ ਤੋਂ ਲੈ ਕੇ ਟਵਿੱਟਰ ਤੱਕ ਜਾਂ ਜਿਹੜੀ ਵਟਸਐਪ ਵਗੈਰਾ ਤੱਕ, ਇਹ ਉੱਥੇ ਭਰਮਾਰ ਦਿਖਾਈ ਦੇ ਰਹੀ ਹੈ। ਵੱਖ-ਵੱਖ ਕਮਿਊਨਿਟੀ ਨੂੰ ਟਾਰਗੇਟ ਕੀਤਾ ਜਾਂਦਾ, ਖਾਸ ਤੌਰ ਤੇ ਸਿੱਖ ਕਮਿਊਨਿਟੀ ਨੂੰ। ਭਾਰਤ ਦੇ ਵਿੱਚ ਜਿਹੜਾ ਆ ਮੁਸਲਮਾਨਾਂ ਨੂੰ ਵੀ ਟਾਰਗੇਟ ਕਰਕੇ ਬਹੁਤ ਸਾਰੇ ਲਤੀਫੇ ਬਣਦੇ ਆ, ਪਰ ਅਸੀਂ ਜੋ ਦੇਖ ਰਹੇ ਹਾਂ ਵੀ ਸਿੱਖ ਕਮਿਊਨਿਟੀ ਨੂੰ ਟਾਰਗੇਟ ਕਰਕੇ ਬਹੁਤ ਜ਼ਿਆਦਾ ਲਤੀਫਾਗਿਰੀ ਜਿਹੜੀ ਹੋ ਰਹੀ ਹੈ। ਤੇ ਇਹਦੇ ਖਿਲਾਫ ਇੱਕ ਪਟੀਸ਼ਨ ਸੀ ਸੁਪਰੀਮ ਕੋਰਟ ਦੇ ਵਿੱਚ, ਤੇ ਸੁਪਰੀਮ ਕੋਰਟ ਨੇ ਬਕਾਇਦਾ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਇਹ ਕਿਹਾ ਵੀ ਅਸੀਂ ਚਾਹੁੰਦੇ ਹਾਂ ਇਹ ਮਜ਼ਾਕ ਬੰਦ ਹੋਵੇ, ਅਸੀਂ ਇਹ ਕਹਿੰਦੇ ਹਾਂ ਕਿ ਇਸ ਤਰ੍ਹਾਂ ਦੇ ਚੁਟਕਲੇ ਨਹੀਂ ਹੋਣੇ ਚਾਹੀਦੇ। ਪਰ ਸਵਾਲ ਇਹ ਹੈ ਕਿ ਅਸੀਂ ਇੱਥੋਂ ਡਾਇਰੈਕਸ਼ਨ ਦੇ ਦਿੰਦੇ ਹਾਂ, ਪਰ ਇਹ ਜਿਹੜਾ ਹੁਕਮ ਸੁਪਰੀਮ ਕੋਰਟ ਦੇਗਾ ਕਿ ਇੱਦਾਂ ਨਹੀਂ ਹੋਣਾ ਚਾਹੀਦਾ, ਤੇ ਇਹਦਾ ਪਾਲਣ ਕਿਵੇਂ ਹੋਏਗਾ, ਰੁਕੇਗਾ ਕਿਵੇਂ? ਇਹ ਕੋਈ ਨਹੀਂ ਚਾਹੁੰਦਾ ਕਿ ਕਿਸੇ ਦਾ ਮਜ਼ਾਕ ਬਣਾਇਆ ਜਾਏ, ਖਾਸ ਤੌਰ ਤੇ ਕਮਿਊਨਿਟੀ ਦਾ, ਕਿਸੇ ਇੱਕ ਕਮਿਊਨਿਟੀ ਦਾ। ਸੋ ਉਹਨਾਂ ਨੇ ਕਿਹਾ ਕਿ ਸਾਨੂੰ ਕੁਝ ਸੁਝਾਅ ਦਿਓ ਤੁਸੀਂ ਵੀ ਕਿਸ ਤਰ੍ਹਾਂ ਦੀਆਂ ਗਾਈਡਲਾਈਨਸ ਦਿੱਤੀਆਂ ਜਾ ਸਕਦੀਆਂ ਵੀ ਜਿਹੜਾ ਸੰਵੇਦਨਸ਼ੀਲ ਇਸ਼ੂ ਹੈ ਖਾਸ ਤੌਰ ਦੇ ਉੱਤੇ। ਤੇ ਇਹਦੇ 'ਚ ਮੈਨੂੰ ਲੱਗਦਾ ਕਿ ਕੇਵਲ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਮਾਮਲਾ ਨਹੀਂ ਹੈ, ਦੁਨੀਆ ਭਰ 'ਚ ਜਿੰਨੇ ਲੋਕ ਵੀ ਇਸ ਸਾਰੀ ਚੀਜ਼ ਨੂੰ ਮਹਿਸੂਸ ਕਰਦੇ ਆ, ਸੁਣਦੇ ਆ, ਉਹਨਾਂ ਕੋਲ ਕੋਈ ਵਿਧੀ ਹੋ ਸਕਦੀ ਹੈ, ਉਹ ਸ਼ਾਇਦ ਸਾਂਝੀ ਕਰ ਲੈਣੀ ਚਾਹੀਦੀ ਹੈ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਨਾਲ, ਤਾਂ ਜੋ ਕੋਰਟ ਦੇ ਵਿੱਚ ਉਹ ਸਾਰੀਆਂ ਚੀਜ਼ਾਂ ਆ ਸਕਣ ਤੇ ਘੱਟੋ ਘੱਟ ਇਸ ਗੱਲ ਤੋਂ ਬਚਿਆ ਜਾ ਸਕੇ ਕਿ ਤੁਸੀਂ ਜਾਤੀ ਸੂਚਕ ਲਤੀਫੇ ਜਿਹੜੇ ਆ ਜਾਂ ਜਿਹੜੇ ਧਾਰਮਿਕ ਤੌਰ ਦੇ ਉੱਤੇ ਜਾਂ ਫਿਰਕੂ ਕਿਸਮ ਦੇ ਜਿਹੜੇ ਲਤੀਫੇ ਆ ਉਹਨਾਂ ਤੇ ਕਿਸੇ ਨਾ ਕਿਸੇ ਲੈਵਲ ਤੇ ਰੋਕ ਲੱਗੇ, ਤੇ ਉਹਦੀ ਕੋਈ ਵਿਧੀ ਕੱਢਣ ਦੀ ਕੋਸ਼ਿਸ਼ ਸੁਪਰੀਮ ਕੋਰਟ ਕਰ ਰਹੀ ਹੈ, ਜਿਹਦੀ ਪ੍ਰਸ਼ੰਸਾ ਕਰਨੀ ਬਣਦੀ ਹੈ। ਜੀ ਬਹੁਤ ਬਹੁਤ ਧੰਨਵਾਦ ਸੁਸ਼ੀਲ ਦਸਾਂਝ ਜੀ। ਮਿਹਰਬਾਨੀ ਜੀ, ਸ਼ੁਕਰੀਆ। ਅਤੇ ਸਾਂਝੀ ਸੁਸ਼ੀਲ ਦਸਾਂਝ ਜੋ ਸਾਡੇ ਨਾਲ ਜੁੜਦੇ ਨੇ ਤੇ ਕੁਝ ਕੁ ਖਬਰਾਂ ਤੇ ਕਰਦੇ ਨੇ ਜੀ ਗੱਲਬਾਤ। ਹੁਣ ਬਲਵਿੰਦਰ ਕੌਰ ਵੱਲੋਂ ਵੀ ਅਗਲੇ ਬੁਲਟਨ ਤੱਕ ਆਪ ਸਭ ਨੂੰ ਹੀ ਪਿਆਰ ਭਰੀ ਸਤਿ ਸ੍ਰੀ ਅਕਾਲ।